सुमार अथाह अगणत अतुलै। ज्यों बुलावो त्यों नानक दास बोलै। बाणी गुरु गुरु है बाणी विच बाणी अमृत सारे। गुरबाणी कहै सेवक जन मानै परतख गुरु निस्तारे। सतनाम वाहिगुरु साहिब जीओ। नमस्तस्त देवै नमस्तं अपेवै नमस्तं अजन्मे नमस्तं सोबानमे नमस्तस्त देवै। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਦੇ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਰਬੱਤ ਸੰਗਤ ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਸੂਸਾਂ ਵਾਲੇ ਤਿਨਾਂ ਦੀ ਸੇਵਾ ਜੋ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਿਭਾ ਰਹੇ ਹਨ। ਐਸੇ ਮਹਾਨ ਪਵਿੱਤਰ ਸਥਾਨ ਬ੍ਰਹਮ ਗਿਆਨੀ ਮਹਾਤਮਾ ਸੰਤਾਂ ਸਾਧੂਆਂ ਦਾ ਪਵਿੱਤਰ ਸਥਾਨ ਜਿੱਥੇ ਸਤਿਗੁਰੂ ਜੀ ਦੀ ਬਰਕਤ ਪ੍ਰਤੱਖ ਦੇਖਣ ਨੂੰ ਮਿਲਦੀ ਹੈ। ਜਿੰਨੀ ਵੀ ਕੋਈ ਭਾਵਨਾ ਲੈ ਕੇ ਇੱਥੇ ਆਉਂਦਾ ਹੈ ਅਰਦਾਸ ਬੇਨਤੀ ਕਰਦਾ ਹੈ ਉਹਦੀ ਭਾਵਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਂਪੁਰਸ਼ ਪੂਰੀ ਕਰਦੇ ਹਨ। ਐਸੇ ਮਹਾਨ ਪਵਿੱਤਰ ਸਥਾਨ ਦੇ ਚਰਨ ਧੂੜ ਪਰਸਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਂਪੁਰਖਾਂ ਦੇ ਹੁਕਮ ਅਨੁਸਾਰ ਸ੍ਰੀ ਜਾਪ ਸਾਹਿਬ ਜੀ ਦੀ ਪਵਿੱਤਰ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪ ਸੰਗਤਾਂ ਨੇ ਕਿਰਪਾ ਕਰਕੇ 20 ਪੌੜੀਆਂ ਤੱਕ ਕਥਾ ਸੰਪੂਰਨ ਕਰਵਾਈ ਹੈ। ਭੁਜੰਗ ਪ੍ਰਿਆਦ ਛੰਦ ਤੱਕ 20 ਪੌੜੀਆਂ ਹੋ ਚੁੱਕੀਆਂ ਹਨ। 21ਵੀਂ ਪੌੜੀ ਦੇ ਵਿੱਚ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਹੋਏ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੋ ਜੀ। ਸਤਿਗੁਰੂ ਜੀ ਫਰਮਾ ਰਹੇ ਹਨ। ਵਾਹਿਗੁਰੂ ਜੀ ਨਮਸਤਸਤ ਦੇਵੈ। ਨਮਸਤਸਤ ਪਿੱਛੇ ਸ਼ਬਦ ਆਏ ਨੇ ਨਮੋ ਜਾਂ ਨਮਸਤੰ। ਹੁਣ ਇੱਥੇ ਸ਼ਬਦ ਆਇਆ ਹੈ ਨਮਸਤਸਤ। 3 ਸ਼ਬਦ ਬਣਦੇ ਨੇ ਸੰਧੀ ਵਿਛੇਦ ਕਰਕੇ ਨਮਸ ਤਾ ਤੇ ਅਸਤ। ਨਮਸ ਦਾ ਭਾਵ ਹੈ ਨਮਸਕਾਰ, ਤਾ ਦਾ ਭਾਵ ਮਹਾਂਪੁਰਸ਼ ਲੈਂਦੇ ਨੇ ਤੈਨੂੰ ਜਾਂ ਆਪ ਜੀ ਨੂੰ ਵਾਹਿਗੁਰੂ ਜੀ ਨੂੰ। ਅਸਤ ਮੈਨੇ ਹੋਵੇ ਅਸਤੂ। ਤਾਂ ਵਾਹਿਗੁਰੂ ਨੂੰ ਅਸੀਂ ਨਮਸ ਨਮਸਕਾਰ ਅਸਤ ਕਰਦੇ ਹਾਂ ਕਿਉਂਕਿ ਉਹ ਸਭ ਨੂੰ ਦੇਵੈ ਦਾਤਾਂ ਦੇਣ ਵਾਲਾ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ। ਆਪਾਂ ਪੜ੍ਹਦੇ ਵੀ ਹਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਇਹ ਫਰਮਾਨ ਆਉਂਦਾ ਹੈ, ਸਭ ਜਗ ਤੇਰਾ ਤੂੰ ਏਕੋ ਦਾਤਾ। ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਇੱਛਾ ਪੂਰਕ ਸਰਬ ਸੁਖ ਦਾਤਾ ਹਾਰ। ਦਸਵੇਂ ਪਾਤਸ਼ਾਹ ਵੀ ਫਰਮਾਉਂਦੇ ਨੇ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ, ਕਿਦੋ ਮਾਨੀ ਮਹਾਮਾਨ ਹੋ। ਤਾਂ ਸਭ ਨੂੰ ਦੇਣ ਵਾਲਾ ਹੈ ਦਾਤਾ। ਤਾਂ ਨਮਸ ਨਮਸਕਾਰ ਅਸਤ ਹੈ ਵਾਹਿਗੁਰੂ ਨੂੰ ਦੋਵੇਂ ਹੱਥ ਜੋੜ ਕੇ। ਦੇਣ ਵਾਲਾ ਤੇ ਸਾਰਿਆਂ ਨੂੰ ਪ੍ਰਮਾਤਮਾ ਹੀ ਹੈ, ਵਾਹਿਗੁਰੂ ਪਰਮੇਸ਼ਰ ਹੀ ਹੈ। ਪਰ ਸਿੱਖ ਪੰਥ ਦੇ ਵਿੱਚ ਇੱਕ ਬੜੀ ਵੱਡੀ ਬਰਕਤ ਦਿੱਤੀ ਹੈ, ਦਿੰਦਾ ਤੇ ਸਾਰਿਆਂ ਨੂੰ ਰੱਬ ਹੀ ਹੈ, ਪਰ ਉਸ ਦਿੱਤੇ ਚੋਂ ਅੱਗੇ ਵੰਡ ਕੇ ਖਾਣ ਦੀ ਜਿਹੜੀ ਬਰਕਤ ਹੈ, ਬਖਸ਼ਿਸ਼ ਹੈ, ਮਰਿਆਦਾ ਹੈ, ਇਹ ਵੰਡ ਕੇ ਖਾਣ ਵਾਲੀ ਮਰਿਆਦਾ ਸਿਰਫ ਸਿੱਖਾਂ ਨੂੰ ਹੀ ਦਿੱਤੀ ਹੈ। ਭਾਵੇਂ ਕਿ ਦਿੰਦਾ ਤੇ ਉਹ ਸਭ ਨੂੰ ਹੀ ਹੈ, ਮੁਸਲਮਾਨਾਂ ਨੂੰ ਵੀ ਦਿੰਦਾ ਹੈ, ਹਿੰਦੂਆਂ ਨੂੰ ਵੀ ਦਿੰਦਾ ਹੈ, ਈਸਾਈਆਂ ਨੂੰ ਵੀ ਦਿੰਦਾ ਹੈ। ਇਹ ਬੜੀ ਵੱਡੀ ਬਰਕਤ ਸਤਿਗੁਰੂ ਨੇ ਸਿੱਖਾਂ ਨੂੰ ਦਿੱਤੀ ਹੈ। ਅੱਜ ਕਿਸਾਨ ਸੰਘਰਸ਼ ਬੜਾ ਜ਼ੋਰ ਸ਼ੋਰ ਤੇ ਚੱਲ ਰਿਹਾ ਹੈ, ਉਹਦੇ ਵਿੱਚ ਸਿੱਖ ਧਰਮ ਦਾ ਬਹੁਤ ਵੱਡਾ ਸਤਿਕਾਰ ਦੁਨੀਆ ਦੇ ਸਾਹਮਣੇ ਆਇਆ ਹੈ। ਇੰਨਾ ਪ੍ਰਚਾਰ ਸਾਡੇ ਪ੍ਰਚਾਰਕ ਨਹੀਂ ਕਰ ਸਕੇ ਜਿੰਨਾ ਪ੍ਰਚਾਰ ਸਿੱਖਾਂ ਦੀ ਕਰਨੀ, ਸਿੱਖਾਂ ਦਾ ਸੁਭਾਅ, ਸਿੱਖਾਂ ਨੂੰ ਜਿਹੜੇ ਸਤਿਗੁਰੂ ਜੀ ਨੇ ਗੁਣ ਦਿੱਤੇ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਨਾਮ ਜਪਣਾ, ਵੰਡ ਕੇ ਛਕਣਾ, ਕਿਰਤ ਕਰਨੀ, ਇਹਨਾਂ ਗੁਣਾਂ ਕਰਕੇ ਹੋਇਆ। ਆਪ ਜੀ ਹੈਰਾਨ ਹੋਵੋਗੇ, ਸਾਰੀ ਦੁਨੀਆ ਨੂੰ ਸਿੱਖ ਧਰਮ ਦਾ ਪ੍ਰਚਾਰ ਕਿਸਾਨ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ। ਇਨਸਾਨੀਅਤ, ਪਿਆਰ, ਵਿਸ਼ਵਾਸ, ਦ੍ਰਿੜਤਾ, ਹੱਕ ਆਪਦਾ ਲੈਣਾ ਹੈ ਤੇ ਹੱਕ ਦੇ ਨਾਲ ਨਾਲ ਈਸ਼ਵਰ ਨੂੰ ਨਹੀਂ ਭੁੱਲਣਾ, ਪਰਮਾਤਮਾ 'ਚ ਵੀ ਯਕੀਨ ਰੱਖਣਾ ਹੈ, ਕਥਾ ਕੀਰਤਨ ਸੰਗਤ ਵੀ ਕਰਨੀ ਹੈ ਤੇ ਫਿਰ ਵੰਡ ਕੇ ਛਕਣਾ ਹੈ। ਇਹਦਾ ਜਿਉਂਦਾ ਜਾਗਦਾ ਸਬੂਤ ਕਿਸਾਨ ਅੰਦੋਲਨ ਹੈ। ਤੁਸੀਂ ਹੈਰਾਨ ਹੋਵੋਗੇ ਵੀ ਅੰਦੋਲਨ ਤੇ ਹੋਰ ਵੀ ਬੜੇ ਹੁੰਦੇ ਆ, ਪਰ ਉਹਨਾਂ ਅੰਦੋਲਨਾਂ ਦੇ ਵਿੱਚ ਤੁਸੀਂ ਦੇਖੋਗੇ ਰੇਲਾਂ ਸੜਦੀਆਂ ਨੇ, ਬੱਸਾਂ ਸੜਦੀਆਂ ਨੇ, ਦੁਕਾਨਾਂ ਲੁੱਟੀਆਂ ਜਾਂਦੀਆਂ ਨੇ, ਪਰ ਇੱਕ ਵੱਖਰੀ ਕਿਸਮ ਦਾ ਅੰਦੋਲਨ ਹੈ ਕਿ ਨਾ ਤੇ ਕੋਈ ਬੱਸ ਸੜੀ ਹੈ, ਨਾ ਕੋਈ ਰੇਲ ਸੜੀ ਹੈ, ਨਾ ਕਿਸੇ ਦੀ ਦੁਕਾਨ ਲੁੱਟੀ ਹੈ, ਨਾ ਕਿਸੇ ਦਾ ਘਰ ਸਾੜਿਆ ਹੈ, ਨਾ ਕਿਸੇ ਦੀ ਧੀ ਭੈਣ ਨੂੰ ਹੱਥ ਲਾਇਆ ਕਿਸੇ ਨੇ। ਮਾਤਾਵਾਂ ਭੈਣਾਂ ਲੰਗਰ ਬਣਾ ਰਹੀਆਂ ਨੇ, ਭਾਈ ਵਰਤਾ ਰਹੇ ਨੇ, ਵੰਡ ਕੇ ਛਕ ਰਹੇ ਨੇ। ਇਹ ਸ਼ੁਭ ਗੁਣ ਕਿਹਨੇ ਦਿੱਤੇ ਨੇ? ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, 10 ਪਾਤਸ਼ਾਹੀਆਂ ਨੇ ਦਿੱਤੇ। ਇਸ ਕਰਕੇ ਦਿੰਦਾ ਤੇ ਚਲੋ ਸਾਰਿਆਂ ਨੂੰ ਹੀ ਵਾਹਿਗੁਰੂ ਹੈ, ਤੇ ਜਦੋਂ ਦਾ ਸੰਸਾਰ ਬਣਿਆ ਦੇ ਹੀ ਰਿਹਾ ਹੈ ਤੇ ਅੱਗੇ ਵੀ ਦੇਣਾ ਹੈ, ਦਿੰਦਾ ਦੇ, ਲੈਂਦੇ ਥੱਕ ਪਾਹੇ। ਪਰ ਜਿਹੜੀ ਵੰਡ ਕੇ ਛਕਣ ਦੀ ਰਸਮ ਹੈ, ਮਰਿਆਦਾ ਹੈ, ਇਸ ਮਰਿਆਦਾ ਨੇ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਦਿਵਾਇਆ। ਇਸ ਕਰਕੇ ਮਹਾਰਾਜ ਕਹਿੰਦੇ, ਤਾਂ ਮੇਰੀ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ ਕਿ ਸਭ ਨੂੰ ਦੇਣ ਵਾਲਾ ਹੈ। ਜਾਂ ਦੇਵੇ ਦਾ ਅਰਥ ਹੁੰਦਾ ਪੂਜਣ ਯੋਗ, ਜਿਹਦੀ ਪੂਜਾ ਕੀਤੀ ਜਾਵੇ। ਤੇ ਗੁਰਬਾਣੀ ਨੇ ਮੰਨਿਆ ਹੈ ਅਚੁੱਤ ਪੂਜਾ ਯੋਗ ਗੋਪਾਲ। ਪੂਜਾ ਦੇ ਯੋਗ ਵਾਹਿਗੁਰੂ ਪਰਮੇਸ਼ਰ ਹੀ ਹੈ। ਸਰਗੁਣ ਸਰੂਪ ਦੇ ਵਿੱਚ ਵਾਹਿਗੁਰੂ ਜੀ ਦੀ ਪੂਜਾ ਹੁੰਦੀ ਹੈ, ਨਿਰਗੁਣ ਸਰੂਪ ਦੇ ਵਿੱਚ ਨਾਮ ਹੀ ਜਪਣਾ ਹੀ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਹੈ। ਤਾਂ ਦੇਵ ਦਾ ਅਰਥ ਹੋਇਆ ਪੂਜਣ ਯੋਗ। ਤਾਂ ਪੂਜਣ ਯੋਗ ਕੌਣ ਹੈ? ਤਾਂ ਮਹਾਰਾਜ ਕਹਿੰਦੇ ਆ ਚੁੱਤ ਪੂਜਾ ਯੋਗ ਗੋਪਾਲ।
ਇੱਕ ਵਾਹਿਗੁਰੂ ਪਰਮੇਸ਼ਰ ਹੀ ਪੂਜਾ ਦੇ ਯੋਗ ਹੈ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਨਮਸਤਸਤ ਦੇਵੈ। ਦੇਵੈ ਦਾ ਅਰਥ ਹੁੰਦਾ ਪ੍ਰਕਾਸ਼ ਰੂਪ, ਪ੍ਰਕਾਸ਼ ਦਾ ਸੋਮਾ, ਪ੍ਰਕਾਸ਼ ਸਰੂਪ। ਜਿਹੜਾ ਵਾਹਿਗੁਰੂ ਪ੍ਰਕਾਸ਼ ਸਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਜੀ ਕਹਿੰਦੇ ਮੈਨੂੰ ਮੇਰੀ ਨਮਸਕਾਰ ਤਾਂ ਹੈ ਕਿ ਉਹ ਪ੍ਰਕਾਸ਼ ਰੂਪ ਹੈ। ਨਮਸਤਸਤ ਦੇਵੈ। ਹੁਣ 10ਵੇਂ ਪਾਤਸ਼ਾਹ ਇਸ ਗੱਲ ਨੂੰ ਬੜਾ ਪ੍ਰੋੜਤਾ ਨਾਲ ਲਿਖਦੇ ਨੇ, ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ। ਉਹ ਪੂਰਨ ਪ੍ਰਕਾਸ਼ ਰੂਪ ਹੈ। ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ। ਮਹਾਰੂਪ ਹੋ ਕੇ ਰਾਸੀ ਹੈ, ਅਨਾਸੀ ਕਹਿ ਕੇ ਮਾਨੀਏ। ਜੰਤਰ ਹੂ ਨਾ ਜਾਤ ਜਾ ਕੀ, ਬਾਪ ਹੂ ਨਾ ਮਾਏ ਤਾ ਕੀ। ਪੂਰਨ ਪ੍ਰਭਾ ਸੋ ਛਟਾ ਕਹਿ ਅਨੁਮਾਨੀਏ। ਤਾਂ ਜਿਹੜਾ ਪ੍ਰਕਾਸ਼ ਸਰੂਪ ਵਾਹਿਗੁਰੂ ਹੈ, ਉਹ ਪ੍ਰਕਾਸ਼ ਸਰੂਪ ਹੈ ਤਾਂ ਨਮਸਕਾਰ ਅਸਤ ਹੈ। ਉਹ ਦਾਤਾ ਦੇਣ ਵਾਲਾ ਹੈ ਤਾਂ ਨਮਸਕਾਰ ਅਸਤ ਹੈ। ਤਾਂ ਐਸੇ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰ ਅਭੇਵੈ। ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ ਜਿਹੜਾ ਭੇਦ ਤੋਂ ਰਹਿਤ ਹੈ। ਨਮਸਤੰ ਅਭੇਵੈ, ਜਿਹਦੇ ਵਿੱਚ ਕੋਈ ਭੇਦ ਨਹੀਂ, ਫਰਕ ਨਹੀਂ। ਵਿਦਵਾਨਾਂ ਨੇ ਸਜਾਤੀ ਵਿਜਾਤੀ ਸਵੈਗਤ ਭੇਦ ਮੰਨੇ ਹਨ। ਤਾਂ ਇਹਨਾਂ ਭੇਦਾਂ ਤੋਂ ਐੜਾ ਰਹਿਤ ਵਾਹਿਗੁਰੂ ਪਰਮੇਸ਼ਰ ਜੀ ਹਨ। ਤਾਂ ਕਰਕੇ ਮੇਰੀ ਨਮਸਕਾਰ ਹੈ, ਕਿਉਂਕਿ ਹਰ ਜਗ੍ਹਾ ਤੇ ਉਹ ਆਪ ਹੀ ਬੈਠਾ ਹੈ। ਗੁਰਬਾਣੀ ਕਹਿੰਦੀ ਮੈਂ ਬਹੁ ਬਿਦ ਪੇਖਿਓ, ਦੂਜਾ ਨਾ ਹੀ ਰੀ ਕੋਊ। ਬੜੀ ਵਿਚਾਰ ਕਰਕੇ ਦੇਖਿਆ ਹੈ, ਬੜੀ ਭਾਲ ਕੀਤੀ ਹੈ, ਖੋਜ ਕੀਤੀ ਹੈ। ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਨੂੰ ਹੋਰ ਕੋਈ ਦਿਖਦਾ ਨਹੀਂ। ਇਸੇ ਤਰ੍ਹਾਂ ਨਮਸਤੰ ਅਭੇਵੈ, ਜਿੱਥੇ ਭੇਵ ਦਾ ਅਰਥ ਭੇਦ ਰਹਿਤ ਕਰਦੇ ਨੇ ਮਹਾਪੁਰਸ਼, ਵਿਦਵਾਨ, ਸਾਧੂ ਜਨ, ਸੰਤ ਲੋਕ, ਉੱਥੇ ਭੇਦ ਦਾ ਅਰਥ ਹੁੰਦਾ ਹੈ ਦਿਲ ਦਾ ਭੇਦ। ਆਸ਼ਾ ਕੀ ਹੈ, ਤਾਤਪਰਜ ਕੀ ਹੈ। ਵਾਹਿਗੁਰੂ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀਓ, ਆਪ ਜੀ ਦੇ ਭੇਦ ਆਸ਼ਾ ਨੂੰ ਕੋਈ ਵੀ ਨਹੀਂ ਪਾ ਸਕਦਾ ਹੈ ਵੀ ਤੁਸੀਂ ਕੀ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋ ਜਾਣਾ ਹੈ। ਹੁਣ ਕਰੋਨਾ ਵਾਇਰਸ ਕਿੱਡੀ ਵੱਡੀ ਬਿਮਾਰੀ ਚੱਲੀ ਹੈ। ਹੁਣ ਜਦੋਂ ਚੱਲ ਪਈ ਹੈ ਤੇ ਹੁਣ ਸਾਰੇ ਹੀ ਭਵਿੱਖਬਾਣੀਆਂ ਕਰੀ ਜਾਂਦੇ। ਪਹਿਲਾਂ ਤੇ ਕਿਸੇ ਨੇ ਇਸ਼ਤਿਹਾਰ ਨਹੀਂ ਸੀ ਲਾਇਆ ਵੀ ਆਉਣ ਵਾਲੀ ਹੈ, ਕਿਸੇ ਨੂੰ ਨਹੀਂ ਪਤਾ ਲੱਗਾ ਪਹਿਲਾਂ। ਬਾਅਦ ਦੇ ਵਿੱਚ ਸਾਰੇ ਕਹੀ ਜਾਂਦੇ ਵੀ ਫਲਾਣੇ ਨੇ ਭਵਿੱਖਬਾਣੀ ਕੀਤੀ ਸੀ, ਫਲਾਣੇ ਨੇ ਕੀਤੀ ਸੀ। ਗੁੱਝੀਆਂ ਜੀਆਂ ਗੱਲਾਂ ਨੇ ਵੀ ਇਦਾਂ ਹੋਵੇਗਾ, ਐ ਹੋ ਜਾਏਗਾ, ਪਰ ਕੋਈ ਸਾਫ਼ ਨਹੀਂ ਦੱਸ ਸਕਦਾ ਵੀ ਕੀ ਹੋਣ ਵਾਲਾ ਹੈ ਤੇ ਕੀ ਪ੍ਰਮਾਤਮਾ ਨੇ ਕਰਨਾ ਹੈ। ਹੁਣ ਕਿਸਾਨ ਅੰਦੋਲਨ ਹੈ, ਕਿਸੇ ਨੂੰ ਕੀ ਪਤਾ ਸੀ ਵੀ ਇਹ ਵੀ ਆਣ ਖੜਾ ਹੋਣਾ ਹੈ। ਅਗਲਿਆਂ ਨੇ ਸੋਚਿਆ ਨਹੀਂ ਹੋਣਾ, ਉਹਨਾਂ ਦੀਆਂ ਰਾਤ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ। ਤਾਂ ਗੁਰਬਾਣੀ ਕਹਿੰਦੀ ਹੈ ਵੀ ਵਾਹਿਗੁਰੂ ਦੇ ਭੇਦ ਆਸਰੇ ਨੂੰ ਕੋਈ ਵੀ ਜਾਣ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹਨ ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਵਾਹਿਗੁਰੂ ਪਰਮੇਸ਼ਰ ਕੀ ਚਾਹੁੰਦਾ ਹੈ ਤਾਂ ਬਾਣੀ ਕਹਿੰਦੀ ਮਹਿਮਾ ਨਾ ਜਾਣੈ ਬੇਦ, ਬ੍ਰਹਮਹਿ ਨਹੀਂ ਜਾਣੈ ਭੇਦ। ਅਵਤਾਰ ਨਾ ਜਾਣੈ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਨੇ ਕਿ ਜਿਹੜੀ ਹਉਮੈ ਰੱਖ ਕੇ ਲੋਕਾਂ ਨੂੰ ਠੱਗਣਾ, ਪਖੰਡ ਕਰਨਾ ਵੀ ਮੈਨੂੰ ਪਤਾ ਆਉਣ ਵਾਲੇ ਟਾਈਮ 'ਚ ਕੀ ਹੋਣਾ ਹੈ, ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਨੂੰ ਪਤਾ ਵਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਉਹ ਤਾਂ ਬੋਲਦੇ ਹੀ ਨਹੀਂ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਨੂੰ ਬ੍ਰਹਮ ਗਿਆਨੀ ਜਾਣ ਸਕਦਾ।
ਉਹਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਕਰਕੇ ਉਹਨਾਂ ਨੂੰ ਤਾਂ ਬੋਲਣ ਦੀ ਕੋਈ ਲੋੜ ਨਹੀਂ। ਤੇ ਜਿਹੜੇ ਨਹੀਂ ਜਾਣਦੇ ਉਹ ਫਿਰ ਝੂਠੀਆਂ ਭਵਿੱਖਬਾਣੀਆਂ ਕਰਦੇ ਆ। ਜਿਵੇਂ ਕੋਈ ਸਾਧ ਸੀ, ਜਿਹੜਾ ਵੀ ਕੋਈ ਉਹਦੇ ਕੋਲੇ ਜਾਣਾ ਉਹਨੇ ਲਿਖ ਕੇ ਦੇ ਦੇਣਾ, ਮੁੰਡਾ ਅੱਗੇ ਪਾ ਦੇਣਾ ਜਾਂ ਕੁੜੀ। ਜੇ ਤੇ ਮੁੰਡਾ ਹੋ ਜਾਣਾ ਤੇ ਉਹਨੇ ਵਿਸਰਾਮ ਲਾ ਦੇਣਾ, ਵੇਖੋ ਜੀ ਮੁੰਡਾ। ਤੇ ਜੇ ਲੜਕੀ ਹੋ ਜਾਣੀ ਫਿਰ ਜਾਂ ਤੇ ਵਿਸਰਾਮ ਲੱਗ ਜਾਣਾ ਜਾ ਕੇ, ਮਤਲਬ ਤੁੱਕਾ ਜਿਹਾ ਮਾਰ ਛੱਡਣਾ ਸਾਰਿਆਂ ਨੂੰ। ਜੇ ਇੱਕ ਅੱਧੇ ਦੇ ਹੋ ਗਿਆ ਤੇ ਬੱਲੇ ਬੱਲੇ, ਨਹੀਂ ਤੇ ਨਾ ਸਹੀ, ਦਾਵਾ ਨਹੀਂ ਕੋਈ। ਤਾਂ ਜਿਹੜੇ ਜਾਣਦੇ ਨੇ ਉਹ ਦੱਸਦੇ ਨਹੀਂ ਹਨ, ਤੇ ਜਿਹੜੇ ਨਹੀਂ ਜਾਣਦੇ ਉਹ ਇਦਾਂ ਦਾ ਪਖੰਡ ਕਰਦੇ ਰਹਿੰਦੇ ਕੋਈ ਨਾ ਕੋਈ, ਵੀ ਆਉਣ ਵਾਲੇ ਸਮੇਂ 'ਚ ਇਦਾਂ ਹੋਣਾ, ਆਉਣ ਵਾਲੇ ਸਮੇਂ 'ਚ ਇਦਾਂ ਹੋਣਾ। ਗੁਰਬਾਣੀ ਤੇ ਕਹਿੰਦੀ ਪਤਾ ਹੀ ਕਿਸੇ ਨੂੰ ਨਹੀਂ, ਹਰ ਕੀ ਗਤ ਨਹਿ ਕੋਊ ਜਾਣੈ। ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਵਾਹਿਗੁਰੂ ਦਾ ਭੇਦ ਕੋਈ ਨਹੀਂ ਪਾ ਸਕਦਾ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਤੰ ਨਮਸਕਾਰ ਹੈ। ਆ ਭੇਵੈ ਭੇਦ ਆਸਰੇ, ਜਿਹਦਾ ਕੋਈ ਆਸ਼ੈ ਨਹੀਂ ਜਾਣ ਸਕਦਾ। ਨਮਸਤੰ ਅਭੇਵੈ। ਤੀਸਰਾ ਅਰਥ ਵੀ ਮਹਾਂਪੁਰਸ਼ ਕਰਦੇ ਐ, ਉਹ ਕਰਦੇ ਨੇ ਗੁਰਮੁਖੀ ਮੁਤਾਬਕ, ਪੰਜਾਬੀ ਮੁਤਾਬਕ। ਜੇ ਭੇਵ ਸ਼ਬਦ ਦੇ ਉੱਤੇ ਬਿੰਦੀ ਲੱਗੀ ਹੋਵੇ ਤਾਂ ਉਹਦਾ ਭਾਵ ਬਣ ਜਾਂਦਾ ਭਿੱਜਣਾ, ਭੇਣਾ, ਪਸੀਜ ਜਾਣਾ, ਜਿਹਦਾ ਅਰਥ ਬਣਦਾ ਹੈ ਵਾਹਿਗੁਰੂ ਪਰਮੇਸ਼ਰ ਜੀ ਬਿਨਾਂ ਪ੍ਰੇਮਾ ਭਗਤੀ ਤੋਂ ਕਿਸੇ ਤੇ ਵੀ ਪਸੀਜਦੇ ਨਹੀਂ, ਭਿੱਜਦੇ ਨਹੀਂ। ਹੁਣ ਇਹ ਗੱਲ ਲਿਖੀ ਕਿੱਥੇ ਹੈ? ਇਹ ਗੱਲ ਲਿਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਇਹ ਬਚਨ ਕਿੱਥੇ ਕੀਤਾ ਮਹਾਰਾਜ ਨੇ? ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤੇ ਰੋਜ਼, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨਾ। ਭੇਜਦਾ ਕਦੋਂ ਹੈ? ਜਦੋਂ ਮਨ ਸ਼ਾਮਲ ਹੋਵੇ, ਦਿਲੋਂ ਕਰੇ, ਪ੍ਰੇਮ ਨਾਲ ਕਰੇ, ਦਿਖਾਵਾ ਨਾ ਕਰੇ। ਲੇਖਾ ਲਿਖੀਐ ਮਨ ਕਹਿ ਪਾਏ, ਨਾਨਕ ਭੀਜੈ ਸਾਚੇ ਨਾਏ। ਤਾਂ ਸਤਿਗੁਰੂ ਕਹਿੰਦੇ ਨੇ ਕਿ ਬਿਨਾਂ ਪ੍ਰੇਮ ਤੋਂ ਉਹ ਭੇਜਦਾ ਨਹੀਂ। ਤੈਨੂੰ ਰਾਗੀ ਨਾਦੀ ਬੇਦੀ ਸਭੇ ਗਾਉਂਦੇ ਆ, ਭੇਜਦਾ ਨਹੀਂ। ਪ੍ਰੇਮ ਤੋਂ ਬਿਨਾਂ ਮਹਾਤਮਾ ਧਾਰਨਾ ਪੜ੍ਹਦੇ ਹੁੰਦੇ ਸੀ ਮਹਾਂਪੁਰਸ਼, ਤੇ ਨਾਲ ਸ਼ਬਦ ਕੀ ਰੱਖਣਾ? ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ। ਤਾਂ ਵਾਹਿਗੁਰੂ ਪਰਮੇਸ਼ਰ ਜੀ ਪ੍ਰੇਮ ਕਰਕੇ ਵਸ ਚ ਆਉਂਦੇ ਨੇ, ਹੋਰ ਕਿਸੇ ਕਰਮ ਧਰਮ ਦੇ ਨਾਲ ਉਹ ਭੇਜਦੇ ਨਹੀਂ ਹਨ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ। ਨਮਸਤੰ ਅਜਨਮੇ, ਜਿਹੜਾ ਜਨਮ ਤੋਂ ਆ ਰਹਿਤ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ। ਜੇ ਅੱਜ ਨਵੇਂ ਕਰ ਦਈਏ, ਅਜਨਮੇ ਨੂੰ ਇਸ ਤਰ੍ਹਾਂ ਅਰਥ ਕਰਨ ਲੱਗਿਆ, ਮੁੱਖ ਪਾਠ ਤੇ ਅਜਨਮੇ ਹੀ ਹੈ, ਅਰਥ ਕਰਨ ਲੱਗਿਆ ਜੇ ਇਦਾਂ ਕਰੀਏ ਅੱਜ ਨਵੇਂ, ਤਾਂ ਅੱਜ ਕੌਣ ਨੇ? ਬ੍ਰਹਮਾ ਜੀ, ਦੇਵੀ ਦੇਵਤੇ, ਉਹ ਵੀ ਵਾਹਿਗੁਰੂ ਪਰਮੇਸ਼ਰ ਅੱਗੇ ਨਿਆਉਂਦੇ ਹਨ। ਜਿਹੜੇ ਵਾਹਿਗੁਰੂ ਜੀ ਦੇ ਅੱਗੇ ਵੱਡੇ ਵੱਡੇ ਦੇਵੀ ਦੇਵਤੇ ਵੀ ਨਿਆਉਂਦੇ ਹਨ, ਐਸੇ ਵਾਹਿਗੁਰੂ ਨੂੰ ਹੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ। ਗੁਰਬਾਣੀ ਇੱਕ ਗੱਲ ਦਾ ਹੋਰ ਵੀ ਜ਼ਿਕਰ ਕਰਦੀ ਹੈ ਵੀ ਐੜੇ ਦਾ ਅਰਥ ਹੋਇਆ ਵਿਸ਼ੇਸ਼। ਵਿਸ਼ੇਸ਼ ਕਰਕੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਜਨਮ ਧਾਰਦਾ ਹੈ। ਗੁਰਬਾਣੀ 'ਚ ਦੋ ਜ਼ਿਕਰ ਆਉਂਦੇ ਨੇ, ਭਰਮੇ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਪਰ ਦੂਸਰੇ ਬੰਨੇ ਇੱਕ ਇਹ ਵੀ ਜ਼ਿਕਰ ਆਉਂਦਾ ਹੈ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਗੁਰਬਾਣੀ ਦੇ ਵਿੱਚ ਦੂਸਰੇ ਪਾਸੇ ਇਹ ਵੀ ਜ਼ਿਕਰ ਆਉਂਦਾ ਹੈ ਵੀ ਜਨ ਪਰਉਪਕਾਰੀ ਆਏ।
ਜਨਮ ਮਰਨ ਦੋਹੂ ਮੈਂ ਨਾਹੀ। ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਜਿੱਥੇ ਗੁਰਬਾਣੀ ਕਹਿੰਦੀ ਹੈ ਰੱਬ ਜੰਮਦਾ ਨਹੀਂ, ਉੱਥੇ ਨਾਲ ਗੁਰਬਾਣੀ ਇਹ ਵੀ ਕਹਿੰਦੀ ਹੈ ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਉੱਥੇ ਗੁਰਬਾਣੀ ਇਹ ਵੀ ਕਹਿੰਦੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉੱਥੇ ਆਪਣੇ ਵਿਦਵਾਨ ਇਹ ਵੀ ਕਹਿੰਦੇ ਨੇ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖਾ। ਇੱਕ ਬੰਨੇ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਆ ਕਿ ਉਹ ਜੰਮਦਾ ਨਹੀਂ, ਦੂਸਰੇ ਬੰਨੇ ਗੁਰਬਾਣੀ ਕਹਿੰਦੀ ਆਉਂਦਾ ਵੀ ਹੈ। ਤਾਂ ਗੁਰਬਾਣੀ ਤੇ ਗਲਤ ਨਹੀਂ ਹੋ ਸਕਦੀ, ਬੰਦੇ ਦੀ ਮੱਤ ਗਲਤ ਹੋ ਸਕਦੀ ਆ, ਸੁਰਤੀ ਬਿਰਤੀ 'ਚ ਗੱਲ ਨਾ ਆਵੇ ਉਹ ਵੱਖਰੀ ਗੱਲ ਹੈ। ਕਿਉਂ ਜੇ ਅਕਥ ਨੂੰ ਕਥਨ ਦੇ ਵਿੱਚ ਲਿਆਇਆ ਜਾਵੇਗਾ ਤੇ ਕਈ ਵਾਰੀ ਫਰਕ ਤੇ ਰਹਿ ਸਕਦਾ ਕੋਈ, ਕਿਉਂ ਕਥਨ ਦੇ ਵਿੱਚ ਪੂਰਾ ਤੇ ਆਉਂਦਾ ਨਹੀਂ ਹੈ। ਤਾਂ ਗੁਰਬਾਣੀ ਇਹਨੂੰ ਇਸ ਤਰ੍ਹਾਂ ਮੰਨਦੀ ਹੈ ਕਿ ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਉਦਾਹਰਣ ਦਿੰਦੇ ਹੁੰਦੇ ਸੀ ਕਿ ਜੇਲ੍ਹ ਦੇ ਵਿੱਚ ਕੈਦੀ ਹੈ, ਉਹ ਆਪਣੇ ਕਰਮਾਂ ਦਾ ਫਲ ਭੋਗਦੇ ਪਏ ਆ, ਉਹ ਬਾਹਰ ਨਹੀਂ ਆ ਸਕਦੇ, ਉਹ ਸਜ਼ਾ ਭੋਗਦੇ। ਪਰ ਉੱਥੇ ਇੱਕ ਡਾਕਟਰ ਵੀ ਹੈ ਜਿਹੜਾ ਜੇਲ੍ਹ 'ਚ ਜਾਂਦਾ ਹੈ, ਕੈਦੀਆਂ ਨੂੰ ਠੀਕ ਕਰਦਾ ਹੈ, ਦਵਾਈ ਦਿੰਦਾ ਹੈ, ਆਪਦੀ ਸੇਵਾ ਕਰਦਾ ਹੈ। ਪਰ ਉਹਦੇ ਉੱਤੇ ਕੈਦੀਆਂ ਵਾਲੇ ਕਾਨੂੰਨ ਨਹੀਂ ਲਾਗੂ ਹੁੰਦੇ ਵੀ ਉਹ ਵੀ ਜੇਲ੍ਹ 'ਚ ਉਹਨਾਂ ਵਾਂਗ ਬੰਦ ਆ ਤੇ ਸਜ਼ਾ ਭੋਗਦਾ ਹੈ। ਬਾਹਰੋਂ ਅੰਦਰ ਜਾਂਦਾ ਹੈ, ਸੇਵਾ ਕਰਦਾ ਹੈ ਤੇ ਫਿਰ ਬਾਹਰ ਆ ਜਾਂਦਾ ਹੈ ਆਪਦੀ ਡਿਊਟੀ ਕਰਕੇ। ਤਾਂ ਵਾਹਿਗੁਰੂ ਪਰਮੇਸ਼ਰ ਸਾਡੇ ਵਾਂਗ ਨਹੀਂ ਜੰਮਦਾ ਹੈ। ਜਿੱਦਾਂ ਅਸੀਂ ਕਰਮਾਂ ਦਾ ਫਲ ਦੇਣ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਏ, ਗੁਰਬਾਣੀ ਤੇ ਇੱਥੋਂ ਤੱਕ ਕਹਿ ਦਿੰਦੀ ਹੈ, ਇੱਕ ਸ਼ਬਦ ਆਪਾਂ ਬੜਾ ਪੜ੍ਹਦੇ ਹਾਂ, ਪ੍ਰੇਮ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇਹ ਤੋਂ ਪਹਿਲੀਆਂ ਤੁਕਾਂ ਨਹੀਂ ਪੜ੍ਹਦਾ ਕੋਈ ਵੀ, ਸਤਿਗੁਰੂ ਨਦਰ ਕਿਉਂ ਕਰੇ? ਕਿ ਤੇਰਾ ਸਤਿਗੁਰੂ ਨੇ ਠੇਕਾ ਦੇਣਾ ਵਾ ਜਾਂ ਤੇਰਾ ਪੈਸੇ ਦੇਣੇ ਆ, ਜੇ ਤੇਰੇ ਤੋਂ ਕਰਜ਼ਾ ਲਿਆ ਸੀ ਵੀ ਤੇਰੇ ਤੇ ਹੀ ਨਦਰ ਕਰੇ। ਸਤਿਗੁਰੂ ਕਿਹਦੇ ਉੱਤੇ ਨਦਰ ਕਰੇਗਾ? ਮਹਾਰਾਜ ਕਹਿੰਦੇ ਮੇਰੇ ਮਨ ਏਕਸ ਸਿਉ ਚਿਤ ਲਾਏ। ਜਿਹੜਾ ਇੱਕ ਨਾਲ ਜੁੜੂਗਾ ਨਦਰ ਉਹਦੇ ਤੇ ਹੋਊਗੀ। ਏਕਸ ਬਿਨ ਸਭ ਧੰਦ ਹੈ। ਇੱਕ ਤੋਂ ਬਿਨਾ ਜੋ ਵੀ ਆ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜਗ ਸਗਲੋ ਧੰਦਾ, ਬਾਕੀ ਸਭ ਧੰਦ ਹੀ ਆ। ਧੰਦਾ ਪਿੱਟੋ ਭਾਈਓ, ਸਭ ਧੰਦੇ ਨੂੰ ਰੋਂਦੇ ਪਏ। ਹੁਣ ਜੇ ਇਸ ਸ਼ਬਦ ਦੀ ਵਿਆਖਿਆ ਕੀਤੀ ਜਾਵੇ ਵੀ ਇੱਕ ਤੋਂ ਬਿਨਾ ਸਭ ਧੰਦਾ ਹੀ ਆ, ਤੇ ਫਿਰ ਤੇ ਲੜਾਈ ਕਰਨ ਵਾਲੀ ਗੱਲ ਹੋਊਗੀ, ਮੁੱਲ ਦੀ ਲੜਾਈ ਲੈਣੀ ਹੈ ਵੀ ਸਭ ਲੈਣ ਦੇਣਾ ਧੰਦਾ, ਮੈਨੇ ਲੈਣ ਦੇਣ। ਜੇ ਬੰਦਾ ਜਾਮਿਆ ਉਹ ਵੀ ਧੰਦਾ ਹੀ ਆ, ਕਿਸੇ ਦਾ ਹਿਸਾਬ ਦੇਣ ਆਇਆ ਤੇ ਕਿਸੇ ਤੋਂ ਲੈਣ ਆਇਆ। ਜਿਹੜੀ ਰਿਸ਼ਤੇਦਾਰੀ ਸੰਬੰਧ ਹੈ ਇਹ ਵੀ ਤੇ ਇੱਕ ਧੰਦਾ ਹੀ ਆ ਨਾ, ਲੈਣ ਦੇਣ ਹੀ ਚੱਲਦਾ ਪਿਆ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਇਹ ਵੀ ਇੱਕ ਲੈਣ ਦੇਣ ਆ, ਲੇਖਾ ਵਾ, ਧੰਦਾ ਵਾ। ਜਿੰਨੇ ਉਹਦੇ ਤੇ ਲੱਗਣੇ ਉਹ ਲੱਗਦੇ ਨੇ, ਜਿੰਨੇ ਉਹਦੇ ਭੰਡਾਰੇ ਤੇ ਲੱਗਣੇ ਉਹਦਾ ਹਿਸਾਬ ਸੀ ਉਹਨੇ ਲੈਣਾ ਆਪਣਾ। ਤੇ ਸਿਆਣੇ ਬੰਦੇ ਸੰਸਕਾਰ ਤੋਂ ਬਾਅਦ, ਅਖੰਡ ਪਾਠ ਸਾਹਿਬ ਤੋਂ ਬਾਅਦ, ਕੀਰਤਪੁਰ ਸਾਹਿਬ ਦੇ ਫੁੱਲਾਂ ਤੋਂ ਬਾਅਦ ਸਾਰਾ ਹਿਸਾਬ ਕੱਢ ਕੇ ਦੇਖਦੇ ਹੁੰਦੇ ਵੀ ਇੰਨਾ ਹਿਸਾਬ ਸੀ ਇਸ ਬੰਦੇ ਦਾ, ਅੱਜ ਖਤਮ ਹੋਇਆ। ਪਰ ਇੱਥੇ ਸਵਾਲ ਪੈਦਾ ਹੋ ਸਕਦਾ ਫਿਰ ਬੰਦਗੀ ਵੀ ਧੰਦਾ ਹੀ ਹੈ, ਬੰਦਗੀ ਵੀ ਲੈਣ ਦੇਣੀ ਹੈ ਫਿਰ। ਤਾਂ ਗੁਰਬਾਣੀ ਕਹਿੰਦੀ ਇੱਕ ਬੰਦਗੀ ਤੋਂ ਬਿਨਾ ਬਾਕੀ ਸਭ ਕੁਝ ਲੈਣ ਦੇਣੀ ਆ, ਧੰਦਾ ਹੀ। ਬੰਦਗੀ ਧੰਦਾ ਨਹੀਂ ਕਿਵੇਂ? ਜੇ ਅਸੀਂ ਕਰਦੇ ਹਾਂ ਤਾਂ ਉਹਦਾ ਲਾਭ ਸਾਨੂੰ ਹੀ ਮਿਲਦਾ ਆ, ਪਰਮਾਤਮਾ ਨੂੰ ਨਹੀਂ। ਇੱਕ ਪਾਸਾ ਵਾ ਧੰਦੇ 'ਚ ਕੀ ਹੁੰਦਾ, ਇੱਕ ਹੱਥ ਦੇ ਤੇ ਦੂਜੇ ਹੱਥ ਲੈਣ ਦੇਣਾ ਧੰਦੇ 'ਚ। ਇੱਥੇ ਸਭ ਲੈਣ ਵਾਲੇ ਹੀ ਆਉਂਦੇ ਆ, ਇੱਕ ਪਾਸਾ ਵਾ। ਜੇ ਅਸੀਂ ਬੰਦਗੀ ਨਹੀਂ ਕਰਦੇ ਤਾਂ ਰੱਬ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਵੱਡਾ ਨਾ ਹੋਵੇ। ਜੇ ਕਰਦੇ ਆ, ਨਹੀਂ ਕਰਦੇ ਤੇ ਘਾਟ ਨਾ ਜਾਏ। ਤਾਂ ਉਹਦਾ ਕੁਝ ਘਟਦਾ ਨਹੀਂ ਆ ਵੀ ਸ਼ਾਇਦ ਉਹ ਸਾਡੀ ਬੰਦਗੀ ਤੇ ਖਲੋਤਾ, ਸਾਡੇ ਪਾਠਾਂ ਤੇ ਖਲੋਤਾ ਹੈ।
ਤਾਂ ਇੱਕ ਤੋਂ ਬਿਨਾ ਸੱਚੇ ਪਾਤਸ਼ਾਹ ਕਹਿੰਦੇ ਸਭ ਧੰਦਾ ਹੀ ਆ, ਸਭ ਲੈਣ ਦੇਣੀ ਆਪਣਾ ਹਿਸਾਬ ਕਿਤਾਬ ਨਿਬੇੜਨ ਵਾਲੀ ਗੱਲ ਹੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੁਝ ਮਹਾਤਮਾ ਇਦਾਂ ਦੇ ਨੇ, ਵਾਹਿਗੁਰੂ ਦੇ ਪਿਆਰੇ ਇਦਾਂ ਦੇ ਨੇ ਜਿਹੜੇ ਸੰਸਾਰ ਦੇ ਵਿੱਚ ਆਉਂਦੇ ਤੇ ਨੇ, ਪਰ ਉਹਨਾਂ ਤੇ ਸੰਸਾਰ ਦੇ ਦੁੱਖ ਕਰਮਾਂ ਦਾ ਫਲ ਲਾਗੂ ਨਹੀਂ ਹੁੰਦਾ। ਉਹ ਸੇਵਾ ਕਰਨ ਵਾਸਤੇ ਆਉਂਦੇ ਨੇ, ਤੇਰੇ ਜਨ ਪਰਉਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ ਸਫਲ ਤਿਨਾ ਕੇ ਕੰਮ। ਇੱਕ ਗੱਲ ਸੰਤ ਸੰਗੀਆਂ ਵਿੱਚ ਬੜੀ ਪ੍ਰਸਿੱਧ ਆ, ਜਿਹੜੇ ਸੰਤ ਸੇਵੀ ਤੇ ਸੰਤ ਸੰਗੀ ਆ, ਉਹ ਇੱਕ ਗੱਲ ਬੜੀ ਕਹਿੰਦੇ ਹੁੰਦੇ ਆ ਵੀ ਸਾਡੇ ਸੰਤ ਨਾ ਮਾਇਆ ਪਾ ਕੇ ਰੱਖਦੇ ਆ। ਤੇ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿੱਚ ਰਹਿੰਦੇ ਸਨ। ਉਹ ਚੜ੍ਹਾਈ ਕਰ ਗਏ ਨੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ, ਉਹਨਾਂ ਨਾਲ ਬੜਾ ਪ੍ਰੇਮ ਸੀ, ਸਨੇਹ ਸੀ, ਸਰੀਰ ਛੱਡਣ ਤੋਂ ਪਹਿਲਾਂ ਵੀ ਮਿਲੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਸ਼੍ਰੀਮਾਨ ਸੰਤ ਮੋਹਨ ਸਿੰਘ ਜੀ, ਉਹ ਕਹਿੰਦੇ ਸੰਤ ਮਾਇਆ ਪਾਉਂਦਾ ਵਾ ਕਿ ਮਾਇਆ ਲਾਉਂਦਾ ਵਾ। ਜੇ ਤੇ ਸੰਤ ਨੇ ਮਾਇਆ ਪਾਉਣੀ ਤੇ ਸੰਤ ਤੋਂ ਲੈਣ ਕੀ ਗਏ ਫਿਰ ਤੁਸੀਂ? ਇਹ ਬੜੀ ਚੱਲਦੀ ਸੰਤ ਸੰਗੀਆਂ 'ਚ ਗੱਲ ਨਾ, ਸਾਡੇ ਸੰਤ ਨਾ ਮਾਇਆ ਦਾ ਪਰਦਾ ਪਾ ਕੇ ਰੱਖਦੇ ਆ। ਕਈ ਵਾਰੀ ਮੈਂ ਸੋਚਦਾ ਹੋਣਾ ਵੀ ਉਹਦਾ ਵੀ ਨਹੀਂ ਲਿਆ ਹੋਣਾ ਜਿਹੜਾ ਤੂੰ ਕਹੀ ਜਾਂਦਾ ਵੀ ਮਾਇਆ ਦਾ ਪਰਦਾ ਪਾ ਕੇ ਰੱਖਦੇ। ਸੰਤ ਕੌਣ ਨੇ? ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ, ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਤੇ ਮਹਾਂਪੁਰਖ ਪਰਉਪਕਾਰ ਦਾ ਅਰਥ ਕਰਦੇ ਹੁੰਦੇ ਸੀ, ਤੇਰੇ ਜਨ ਪਰਉਪਕਾਰੀ ਆਏ, ਪਰ ਮੈਨੇ ਪਰਮਾਤਮਾ, ਉਪ ਮੈਨੇ ਨੇੜੇ, ਕਾਰ ਮੈਨੇ ਕਰਨਾ। ਸੰਤ ਉਹ ਹੈ ਜਿਹੜਾ ਰੱਬ ਦੇ ਨੇੜੇ ਕਰੇ, ਤੇ ਜਿਹਨੇ ਮਾਇਆ ਦਾ ਪਰਦਾ ਹੀ ਪਾਉਣਾ ਸੀ ਉਹਨੂੰ ਸੰਤ ਕਿਹਨੇ ਕਿਹਾ ਫਿਰ? ਤਾਂ ਸੰਤ ਗਿਆਨੀ ਮੋਹਨ ਸਿੰਘ ਜੀ ਇਸ ਗੱਲ ਨੂੰ ਖੰਡਨ ਕਰ ਦਿੰਦੇ ਹੁੰਦੇ ਸੀ। ਇਹ ਗੱਲ ਨਾ ਕਹੋ ਵੀ ਸੰਤ ਮਾਇਆ ਦਾ ਪਰਦਾ ਪਾ ਕੇ ਰੱਖਦਾ ਹੈ। ਸੰਤ ਤੇ ਉਹ ਹੈ ਜਿਹੜਾ ਮਾਇਆ ਦਾ ਪਰਦਾ ਲਾਉਂਦਾ ਹੈ। ਤਾਂ ਐਸੇ ਜਿਹੜੇ ਰੱਬੀ ਸਰੂਪ ਨੇ, ਜਿਵੇਂ ਸ਼ੀਸ਼ੇ ਦੇ ਵਿੱਚ ਆਪ ਦਾ ਸਰੂਪ ਵੇਖੀਏ, ਤਾਂ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਸਰੂਪ ਨੇ ਉਹ ਸੰਸਾਰ ਦੇ ਵਿੱਚ ਆਉਂਦੇ ਨੇ। ਤੇ ਗੀਤਾ ਦੇ ਵਿੱਚ ਇਹਦੇ ਉੱਤੇ ਬੜਾ ਵਿਸਥਾਰ ਨਾਲ ਲਿਖਿਆ ਵਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਵਿਆਸ ਜੀ ਦੁਆਰਾ ਲਿਖਾਇਆ ਹੈ ਕਿ ਮੈਂ ਇਦਾਂ ਆਉਣਾ ਅਰਜਨ, ਤੂੰ ਇਦਾਂ ਜੰਮਦਾ ਵਾ। ਉੱਥੇ ਇੱਕ ਸ਼ਬਦ ਵਰਤਿਆ ਉਹਨਾਂ, ਆਵਿਰਭਾਵ। ਆਵਿਰਭਾਵ ਨੂੰ ਪੰਜਾਬੀ 'ਚ ਕਹਿੰਦੇ ਪ੍ਰਗਟ ਹੋਣਾ। ਭਗਵਾਨ ਕ੍ਰਿਸ਼ਨ ਕਹਿੰਦੇ ਅਰਜਨ ਫਰਕ ਇਹ ਆ ਵੀ ਤੂੰ ਵੀ ਜਾਨਾ ਦੁਨੀਆ 'ਚ ਤੇ ਮੈਂ ਵੀ ਜਾਨਾ ਦੁਨੀਆ 'ਚ, ਪਰ ਫਰਕ ਇਹ ਆ ਮੈਂ ਪ੍ਰਗਟ ਹੋਣਾ ਵਾ ਤੇ ਤੂੰ ਜੰਮਦਾ ਵਾ, ਇੰਨਾ ਫਰਕ ਹੈ। ਪਰਮਾਤਮਾ ਦੇ ਪਿਆਰੇ ਪ੍ਰਗਟ ਹੁੰਦੇ ਨੇ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਜਿਵੇਂ ਸੂਰਜ ਪ੍ਰਗਟ ਹੁੰਦਾ ਹੈ, ਕਦੀ ਕਿਸੇ ਨੇ ਕਿਹਾ ਸੂਰਜ ਜੰਮ ਪਿਆ, ਇੱਦਾਂ ਜ਼ਰੂਰ ਕਹਿੰਦੇ ਵੀ ਸਵੇਰੇ 5 ਵਜੇ ਚੜ੍ਹਿਆ, 6 ਵਜੇ ਚੜ੍ਹਿਆ। ਤੇ ਜਿਵੇਂ ਸੂਰਜ ਡੁੱਬਦਾ ਹੈ, ਕਦੀ ਕਿਸੇ ਨੇ ਕਿਹਾ ਸੂਰਜ ਮਰ ਗਿਆ, ਹਾਂ ਦਿਖਣੋਂ ਹਟ ਗਿਆ, ਮਰਿਆ ਨਹੀਂ। ਇਦਾਂ ਕਹਿੰਦੇ ਮੈਂ ਆਵਿਰਭਾਵ ਨੂੰ ਪ੍ਰਾਪਤ ਹੁੰਦਾ ਵਾਂ ਤੇ ਤੂੰ ਜੰਮਦਾ। ਇੰਨਾ ਕੁ ਫਰਕ ਹੈ ਪਰਮਾਤਮਾ ਦੇ ਪਿਆਰੇ ਦਾ ਦੁਨੀਆ 'ਚ ਆਉਣ ਦਾ ਤੇ ਆਮ ਬੰਦੇ ਦੇ ਆਉਣ ਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਨਮਸਤੰ ਅਜਨਮੇ, ਆਪ ਵਿਸ਼ੇਸ਼ ਕਰਕੇ ਆਪ ਹੀ ਜਨਮ ਅਵਤਾਰ ਧਾਰਨ ਕਰਦੇ ਹੋ ਸੰਸਾਰ ਦੀ ਰੱਖਿਆ ਵਾਸਤੇ। ਇਸ ਕਰਕੇ ਸੁਖਮਨੀ ਸਾਹਿਬ 'ਚ ਇਹ ਵੀ ਲਿਖਿਆ ਹੈ ਸਤਿਗੁਰੂ ਜੀ ਨੇ ਕਿ ਕਿੰਨੇ ਹੀ ਤੇਰੇ ਅਵਤਾਰ ਨੇ ਜਿਹੜੇ ਸੰਸਾਰ ਦੀ ਰੱਖਿਆ ਕਰਨ ਵਾਸਤੇ ਆਉਂਦੇ ਹਨ। ਨਮਸਤੰ ਸੋ 92, ਨਮਸਤੰ ਸੋ 92, ਸੋ ਸ੍ਰੇਸ਼ਟ ਵਾਹਿਗੁਰੂ ਜਿਹੜਾ ਸਭ ਤੋਂ ਉੱਤਮ ਹੈ, ਸਭ ਤੋਂ ਵੱਡਾ ਹੈ, ਸੋਭਨੀਕ ਹੈ।
ਉਹ ਜਿੱਥੇ ਸਾਰੇ ਸੰਸਾਰ ਦੇ ਵਿੱਚ ਬੈਠਾ ਹੈ, ਉਹਦੀ ਚੇਤਨ ਸੱਤਾ ਬਨ ਜੰਗਲ ਆਦਿਕ ਦੇ ਵਿੱਚ ਵੀ ਬੈਠੀ। ਦਸਵੇਂ ਪਾਤਸ਼ਾਹ ਤੇ ਸ਼ੁਰੂਆਤ ਚ ਕਹਿੰਦੇ, ਹੇ ਵਾਹਿਗੁਰੂ ਤੇਰਾ ਨਾਮ ਤੇ ਤੀਲੇ ਵੀ ਜਪਦੇ ਨੇ ਤੇ ਬਨ ਜੰਗਲ ਵੀ ਜਪਦਾ, ਵਾਣ ਤ੍ਰਿਣ। ਤੇ ਸੁਖਣੀ ਸਾਹਿਬ ਚ ਮਹਾਰਾਜ ਕਹਿੰਦੇ ਨੇ, ਵਾਣ ਤ੍ਰਿਣ ਪਰਬਤ ਹੈ ਪਾਰ ਬ੍ਰਹਮ। ਹਰ ਜਗ੍ਹਾ ਹੀ ਚੇਤਨ ਸੱਤਾ ਬੈਠੀ ਹੋਈ। ਤਾਂ ਜਿਹੜਾ ਸ੍ਰੇਸ਼ਟ ਵਾਹਿਗੁਰੂ ਬਨ ਜੰਗਲਾਂ ਆਦਿਕਾਂ ਦੇ ਵਿੱਚ ਵੀ ਹੈ, ਉਹਨੂੰ ਨਮਸਤੰ ਨਮਸਕਾਰ ਹੈ। ਜਾਂ ਬਨ ਦਾ ਅਰਥ ਹੁੰਦਾ ਜਲ ਆਦਿਕ ਪੰਜ ਤੱਤ ਤੋਂ ਭਾਵ ਲੈਣਾ। ਪੰਜਾਂ ਤੱਤਾਂ ਦੇ ਵਿੱਚ ਵੀ ਤੇ ਉਹੀ ਬੈਠਾ ਹੈ, ਨਹੀਂ ਤੇ ਜੜ ਤੱਤਾਂ ਤੋਂ ਜੀਵ ਕਲਾ ਕਿਤਾਂ ਪੈਦਾ ਹੋਈ ਜਾਂਦੀ। ਪਹਿਲਾ ਪਾਣੀ ਜੀਓ ਹੈ। ਪਾਣੀ ਜੜ ਸੀ, ਪਰ ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਗੁਰਬਾਣੀ ਨੇ ਉਹਨੂੰ ਜੀਵ ਆਤਮਾ ਲਿਖਿਆ ਕਿ ਇਹ ਜੀਵਨ ਪੈਦਾ ਕਰਦਾ ਹੈ। ਜਲ ਹੈ ਤੇ ਜੀਵਨ ਹੈ। ਜਿੱਥੇ ਜਲ ਨਹੀਂ ਉੱਥੇ ਜੀਵਨ ਦੀ ਅਣਹੋਂਦ ਮੰਨੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲਾ ਪਾਣੀ ਜੀਓ ਹੈ। ਪਹਿਲੀ ਰੂਹ ਜੀਵ ਆਤਮਾ ਜੀਵਨ ਤੇ ਪਾਣੀ ਹੈ। ਤਾਂ ਨਮਸਤੰ ਸੋ ਬਨ ਮੇ, ਉਹ ਵਾਹਿਗੁਰੂ ਬਨ ਜਲ ਆਦਿਕ ਪੰਜਾਂ ਤੱਤਾਂ ਦੇ ਵਿੱਚ ਜਿਹੜਾ ਬੈਠਾ ਹੈ, ਨਮਸਤੰ, ਉਹਨੂੰ ਵੀ ਸਤਿਗੁਰੂ ਕਹਿੰਦੇ ਮੇਰੀ ਨਮਸਕਾਰ ਹੈ। ਜਾਂ ਮਹਾਪੁਰਸ਼ ਖਿੱਚ ਕੇ ਅਰਥ ਵੀ ਕਰਦੇ ਹਨ। ਨਮਸਤੰ ਸੋ ਬਨ ਮੇ, ਉਹ ਵਾਹਿਗੁਰੂ ਜਿਹੜਾ ਹੈ ਉਹ ਕਿਸੇ ਨੂੰ ਵੀ ਸੋ ਸ੍ਰੇਸ਼ਟ ਬਨ ਬਣਾਵਣੇ ਦੇ ਵਿੱਚ ਚਤਰ ਹੈ, ਸਿਆਣਾ ਹੈ। ਉਹਦੀ ਮਰਜ਼ੀ ਆ। ਉਹਨੇ ਵੱਡੇ ਵੱਡੇ ਚੋਰ ਵੀ ਸਾਧ ਬਣਾਏ ਨੇ। ਜਿੱਦਣ ਉਹ ਆਪਣੀ ਮੌਜ ਦੇ ਘਰ ਚ ਆ ਗਿਆ, ਕਿਰਪਾ ਦ੍ਰਿਸ਼ਟੀ ਦੇ ਘਰ ਚ ਆ ਗਿਆ, ਵੱਡੇ ਵੱਡੇ ਪਾਪੀ ਵੀ ਉਹਨੇ ਤਾਰੇ। ਸਤਿਗੁਰੂ ਗੁਰਬਾਣੀ ਚ ਲਿਖਦੇ ਨੇ, ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਜੇ ਉਹਦੀ ਮਰਜ਼ੀ ਹੋ ਜੇ ਕਾਵਾਂ ਤੋਂ ਹੰਸ ਬਣਾ ਦਿੰਦਾ ਹੈ, ਅਸਾਧਾਂ ਤੋਂ ਸਾਧ ਕਰ ਦਿੰਦਾ ਹੈ। ਇੱਕ ਬੜੇ ਉਦਾਸੀ ਸੰਪਰਦਾਇ ਦੇ ਪ੍ਰਸਿੱਧ ਮਹਾਂਪੁਰਸ਼ ਹੋਏ ਨੇ ਸੰਤ ਸੁਰਜਣ ਦਾਸ ਜੀ। ਉਹਨਾਂ ਨੇ ਕਵਿਤਾਵਾਂ ਵੀ ਬੜੀਆਂ ਸੋਹਣੀਆਂ ਲਿਖੀਆਂ ਨੇ ਸੂਫੀ ਰੰਗ ਚ ਤੇ ਵਿਦਾਂਤ ਰੰਗ ਦੇ ਵਿੱਚ। ਉਹਨਾਂ ਦੀ ਇੱਕ ਕਵਿਤਾ ਬੜੀ ਪ੍ਰਸਿੱਧ ਹੈ, ਯਾਰੀ ਯਾਰੀ ਸਭ ਕੋ ਆਖੈ ਵਿਰਲਾ ਤੋੜ ਨਿਭਾਵੇ, ਲਾਵਣ ਸੌਖੀ ਤੇ ਚਾਵਣ ਭਾਰੀ ਜਾਣੇ ਜੋ ਅਜ਼ਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸ਼ਬਦ ਵੇਖੋ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ। ਹੁਣ ਆਮ ਆਸ਼ਿਕ ਬੰਦੇ ਨੇ ਕਹਿਣਾ ਇਹ ਕਿਹੜੀ ਕਵਿਤਾ ਵਾ, ਪਰ ਹੈ ਇੱਕ ਸੰਤ ਦੀ ਕਵਿਤਾ ਹੈ। ਯਾਰੀ ਯਾਰੀ ਸਭ ਕੋ ਆਖੇ ਵਿਰਲਾ ਤੋੜ ਨਿਭਾਏ, ਲਾਵਣ ਸੌਖੀ ਤੇ ਚਾਵਣ ਭਾਰੀ ਜਾਣੇ ਜੋ ਅਜ਼ਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸੁਰਜਨ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਉਹਨਾਂ ਨੂੰ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਉਹਨਾਂ ਨੇ ਫਿਰ ਬੜੀ ਡੂੰਘੀ ਕਲਮ ਚਲਾਈ। ਸੇ ਸ਼ੁੱਧ ਸਰੂਪ ਪਛਾਣ ਲੀਤਾ ਗਿਆ, ਪੱਖ ਹਿੰਦੂ ਤੇ ਮੁਸਲਮਾਨ ਵਾਲਾ। ਨਾ ਮੈਨੂੰ ਕੋਈ ਹਿੰਦੂ ਕਹੋ ਤੇ ਨਾ ਕਹੋ ਹੁਣ ਮੁਸਲਮਾਨ, ਕਿਉਂ ਇਹ ਹਿੰਦੂ ਮੁਸਲਮਾਨ ਸਭ ਸਰੀਰ ਦੇ ਧਰਮ ਨੇ ਤੇ ਸਰੀਰ ਨਾਲ ਹੀ ਖਤਮ ਹੋ ਜਾਂਦੇ। ਸੇ ਸ਼ੁੱਧ ਸਰੂਪ ਪਛਾਣ ਲੀਤਾ ਗਿਆ, ਪੱਖ ਹਿੰਦੂ ਤੇ ਮੁਸਲਮਾਨ ਵਾਲਾ। ਤੇ ਅੱਗੇ ਕੀ ਕਹਿੰਦੇ ਆ, ਵਰਣ ਆਸ਼ਰਮ ਦਾ ਪਿੰਜਰਾ ਤੋੜ ਦਿੱਤਾ। ਇਹ ਜਿਹੜੇ ਵਹਿਮ ਪਾਲੇ ਆ ਨਾ, ਸਰੀਰ ਦੇ ਵਹਿਮ ਪਾਲੇ ਦੇ ਅਧਿਆਸੀਆਂ ਨੇ, ਫਲਾਨੇ ਵਰਣ ਦਾ ਜੀ, ਇਹ ਫਲਾਨੇ ਆਸ਼ਰਮ ਦਾ, ਇਹ ਸਾਰੇ ਦੇਹ ਅਧਿਆਸ ਚ ਆਉਂਦੇ ਨੇ, ਕਿਉਂ ਇਹ ਦੇਹ ਦੇ ਧਰਮ ਨੇ। ਵਰਣ ਆਸ਼ਰਮ ਦਾ ਪਿੰਜਰਾ ਤੋੜ ਦਿੱਤਾ। ਰਿਹਾ ਮਜਬ ਨਾ ਹੁਣ ਦੁਕਾਨ ਵਾਲਾ, ਇਹ ਦੁਕਾਨਦਾਰੀਆਂ, ਇਹ ਬਿਜ਼ਨਸ, ਇਹ ਜਗ ਸਗਲੋ ਧੰਦਾ, ਇਹ ਲੈਣ ਦੇਣ, ਇਹ ਠੱਗੀਆਂ ਠੋਰੀਆਂ, ਇਹ ਪਖੰਡਾਂ ਵਾਲੇ ਜਿੰਨੇ ਧਰਮ ਸੀ, ਵਰਣ ਆਸ਼ਰਮ ਦਾ ਪਿੰਜਰਾ ਤੋੜ ਦਿੱਤਾ।
ਅੱਗੇ ਉਹ ਬੜਾ ਸੋਹਣਾ ਲਿਖਦੇ, ਜੇ ਮੈਂ ਨਾ ਭੁੱਲਾਂ ਦਾਸ ਨਾ ਭੁੱਲੇ ਵਿਸਰੇ ਨਾ, ਤੇ ਕੀ ਲਿਖਦੇ, ਅਸੀਂ ਪਏ ਹਾਂ ਰਾਹ ਬੇਹੱਦੀਆਂ ਦੇ। ਹੱਦ ਤੋਂ ਪਰੇ, ਪ੍ਰਕਿਰਤੀ ਤੋਂ ਪਰੇ ਜਿਹੜਾ ਬ੍ਰਹਮ ਹੈ, ਪਾਰ ਬ੍ਰਹਮ, ਅਸੀਂ ਪਏ ਹਾਂ ਰਾਹ ਬੇਹੱਦੀਆਂ ਦੇ, ਹੱਦ ਤੋਂ ਪਰੇ। ਇਹੋ ਜੀ ਕਵਿਤਾ ਉਹਨਾਂ ਨੇ ਬੜੀ ਸੁੰਦਰ ਲਿਖੀ ਹੋਈ ਹੈ। ਗਿਆ ਡਨ ਵੇਦ ਤੇ ਕੁਰਾਨ ਵਾਲਾ। ਵੇਦ ਤੇ ਕੁਰਾਨ ਦਾ ਜਿਹੜਾ ਡਨ ਆ ਨਾ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਇਹ ਪੁੰਨ ਪਾਪ ਸੰਤ ਸੁਰਜਨ ਦਾਸ ਕਹਿੰਦਾ ਮੈਨੂੰ ਨਹੀਂ ਹੁਣ ਲੱਗਦਾ। ਇਹਨਾਂ ਦਾ ਵੇਦ ਪੁਰਾਣ ਦੀ ਜਿਹੜੀ ਮਰਿਆਦਾ ਵਾ, ਕਰਮ ਧਰਮ ਆ, ਇਹ ਮੇਰੇ ਤੇ ਲਾਗੂ ਨਹੀਂ ਹੁੰਦੇ। ਸੁਰਜਨ ਦਾਸ ਇਹ ਮੌਜ ਖਲਾਸਿਆਂ ਦੀ ਲਿਆ ਰਸ ਸਰਬ ਮਕਾਨ ਵਾਲਾ, ਜਿਹੜਾ ਹਰ ਮਕਾਨ ਸਰੀਰ ਦੇ ਵਿੱਚ ਬੈਠਾ ਹੈ, ਜਿਹਨੂੰ ਦਸਵੇਂ ਪਾਤਸ਼ਾਹ ਕਹਿੰਦੇ ਮਕੀ ਤੂੰ ਹੀ, ਹਰ ਮਕਾਨ 'ਚ ਬੈਠਾ, ਸਰੀਰ ਦੇ ਵਿੱਚ ਬੈਠਾ ਹੈ, ਉਹਦਾ ਰਸ ਮਾਣਿਆ। ਤਾਂ ਇਦਾਂ ਦੇ ਸੰਤ ਸੁਰਜਨ ਦਾਸ ਜੀ ਹੋਏ ਨੇ। ਉਦਾਸੀ ਸੰਪਰਦਾ, ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ, ਉਸ ਸੰਪਰਦਾ ਵਿੱਚ ਉਹ ਬੜੇ ਉੱਚ ਕੋਟੀ ਦੇ ਮਹਾਤਮਾ ਸੀ। ਇਹਨਾਂ ਦੇ ਜਿਹੜੇ ਮੁਰਸ਼ਿਦ ਸੀ, ਉਹਨਾਂ ਦਾ ਨਾਂ ਸੀ ਟਹਿਲ ਦਾਸ ਜੀ। ਸੰਤ ਟਹਿਲ ਦਾਸ ਜੀ ਨੇ ਭੰਡਾਰਾ ਕੀਤਾ, ਭੰਡਾਰੇ ਵਾਸਤੇ ਸਮਾਨ ਇਕੱਠਾ ਕੀਤਾ, ਲੰਗਰ ਲਾਉਣੇ ਸੀ, ਸਮਾਗਮ ਹੋਣੇ ਸੀ। ਇਹ ਜਿਹੜੇ ਸੁਰਜਨ ਦਾਸ ਜੀ ਸੀ, ਇਹ ਡਾਕੂ ਸੀ ਪਹਿਲਾਂ ਬਹੁਤ ਵੱਡੇ। ਇਹਨਾਂ ਨੂੰ ਪਤਾ ਲੱਗ ਗਿਆ ਵੀ ਫਲਾਣੇ ਸਾਧ ਨੇ ਚੰਗਾ ਸਮਾਨ, ਦੁੱਧ, ਘਿਓ, ਖੰਡ, ਬੈਦਾ, ਪੈਸਾ ਇਕੱਠਾ ਕੀਤਾ ਭੰਡਾਰੇ ਕਰਨ ਵਾਸਤੇ, ਤੇ ਇਹਨਾਂ ਨੇ ਰਾਤ ਜਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ। ਸੰਤਾਂ ਨੂੰ ਆਵਾਜ਼ ਸੁਣੀ, ਸੰਤ ਟਹਿਲ ਦਾਸ ਜੀ ਉੱਠ ਪਏ, ਹੈ ਮਹਾਤਮਾ ਸੀ, ਤਾਂ ਕਹਿਣ ਲੱਗੇ ਭਾਈ ਤੁਸੀਂ ਕੌਣ? ਕਹਿੰਦੇ ਜੀ ਅਸੀਂ ਚੋਰ, ਡਾਕੂ, ਧਾੜਵੀ। ਕੀ ਕਰਦੇ ਪਏ ਆ ਜੀ? ਤੁਹਾਡਾ ਸਮਾਨ ਲੁੱਟਦੇ ਪਏ ਆ। ਤੇ ਸੰਤ ਟਹਿਲ ਦਾਸ ਜੀ ਹੱਸ ਕੇ ਕਹਿਣ ਲੱਗੇ ਰੱਬ ਦੀ ਮੌਜ ਹੈ, ਇਹ ਸਵੇਰੇ ਅਸੀਂ ਲੁਟਾਉਣਾ ਸੀ ਲੰਗਰ ਲਾ ਕੇ, ਤੁਸੀਂ ਪਹਿਲਾਂ ਹੀ ਆ ਗਏ ਲੁੱਟਣ ਰਾਤ ਨੂੰ। ਕਿਉਂ? ਸੰਤ ਤੇ ਉਹ ਹੈ ਜਿਹਨੂੰ ਹਰ ਜਗ੍ਹਾ ਪਰਮਾਤਮਾ ਹੀ ਦਿਖਦਾ। ਤੇ ਫਿਰ ਆਪ ਕਹਿਣ ਲੱਗੇ ਚੰਗਾ ਭਾਈ ਤੁਹਾਨੂੰ ਚੇਤਾ ਭੁੱਲ ਗਿਆ ਹੋਣਾ, ਫਲਾਨੀ ਜਗ੍ਹਾ ਫਲਾਨੀ ਸ਼ੈ ਪਈ, ਉਹ ਵੀ ਲੈ ਜਾਓ, ਤੁਸੀਂ ਵੀ ਲੁੱਟਣਾ ਅਸੀਂ ਵੀ ਲੁਟਾਉਣਾ। ਇਸ ਗੱਲ ਦਾ ਅਸਰ ਬਹੁਤ ਪਿਆ। ਜਿਹੜਾ ਡਾਕੂਆਂ ਦਾ ਸਰਦਾਰ ਸੀ, ਜਿਹਦਾ ਬਾਅਦ ਚ ਨਾਂ ਰੱਖਿਆ ਗਿਆ ਸੁਰਜਨ ਦਾਸ, ਉਦਾਸੀ ਸੰਪਰਦਾ ਮੁਤਾਬਕ, ਉਹ ਤੇ ਇੰਨਾ ਅਸਰ ਪਿਆ ਵੀ ਉਹਨੇ ਚਰਨ ਫੜ ਲਏ ਸੰਤ ਟਹਿਲ ਦਾਸ ਜੀ। ਸੰਤਾਂ ਨੇ ਸੋਚਿਆ ਵੀ ਇਹ ਹੁਣ ਕਾਬੂ ਆਇਆ ਵਾ, ਕਦੀ ਕਿਸੇ ਨੂੰ ਦੁੱਖ ਦਿੰਦਾ, ਕਦੀ ਕਿਸੇ ਨੂੰ ਦੁੱਖ ਦਿੰਦਾ ਹੈ, ਇਹਨੂੰ ਸਾਧ ਬਣਾਈਏ। ਉਹਨੇ ਨਿਮਰਤਾ ਨਾਲ ਚਰਨ ਫੜ ਲਏ ਤੇ ਮਾਫੀ ਮੰਗਣ ਲੱਗ ਪਿਆ, ਮਹਾਰਾਜ ਗਲਤੀ ਹੋ ਗਈ, ਖਿਮਾ ਕਰ ਦਿਓ। ਤਾਂ ਉਦਾਸੀਆਂ ਦੀ ਜਾਇਦਾਦ ਕੀ ਹੁੰਦੀ ਹੈ? ਇੱਕ ਚਿਮਟਾ ਤੇ ਲੱਕੜ ਦਾ ਧੂਆਂ ਚੱਲਦਾ ਰਹਿੰਦਾ ਲੱਕੜਾਂ ਦਾ। ਅਸਲੀ ਉਦਾਸੀ ਦੀ ਤੇ ਜਾਇਦਾਦ ਇੰਨੀ ਕੀ ਹੁੰਦੀ ਹੈ? ਅੱਜ ਕੱਲ ਵੀ ਕਹਿੰਦੇ ਆ ਜੀ ਫਲਾਨਾ ਬਹੁਤ ਤਿਆਗੀ ਹੈ, ਫਲਾਨਾ ਬਹੁਤ ਵਿਰਾਗੀ ਹੈ। ਜਿਹੜਾ ਤਿਆਗੀ ਵਿਰਾਗੀ ਆ ਉਹ ਫਿਰ ਡੇਰਿਆਂ ਪਿੱਛੇ ਕਿਉਂ ਝਗੜਦਾ ਜੇ ਤਿਆਗੀ ਵਿਰਾਗੀ ਹੈ? ਤਿਆਗੀ ਵਿਰਾਗੀ ਤੇ ਫਿਰ ਭਾਵੇਂ ਦਰਖਤ ਥੱਲੇ ਬੈਠਾ ਰਵੇ ਫੇਰ ਹੀ ਅਸਲੀ ਤਿਆਗੀ ਵਿਰਾਗੀ ਹੋਊਗਾ, ਭਾਵੇਂ ਜਿੱਥੇ ਮਰਜ਼ੀ ਬੈਠਾ ਰਵੇ। ਉਦਾਂ ਤਿਆਗੀ ਵੀ ਆ, ਵਿਰਾਗੀ ਵੀ ਆ, ਪਰ ਝਗੜਾ ਵੀ ਕਰਨਾ, ਡੇਰਾ ਵੀ ਨਹੀਂ ਛੱਡਣਾ, ਗੁਰਦੁਆਰਾ ਵੀ ਨਹੀਂ ਛੱਡਣਾ। ਤਾਂ ਸੰਤਾਂ ਦੇ ਮਨ ਦੇ ਵਿੱਚ ਆਈ, ਕਦੀ ਕਿਸੇ ਨੂੰ ਦੁੱਖ ਦਿੰਦਾ, ਕਦੀ ਕਿਸੇ ਨੂੰ ਦੁੱਖ ਦਿੰਦਾ, ਇਹਦਾ ਭਲਾ ਕਰੀਏ। ਪਰ ਪਾਪ ਬੜੇ ਕੀਤੇ ਸੀ। ਸੰਤਾਂ ਦੀ ਆਪਣੇ ਸੁਭਾਅ ਹੁੰਦੇ ਨੇ, ਕਾਨੂੰਨ ਹੁੰਦੇ ਨੇ, ਉਹ ਆਪਦੇ ਹਿਸਾਬ ਨਾਲ ਸੁਧਾਰਦੇ ਆ। ਸੰਤ ਟਹਿਲ ਦਾਸ ਜੀ ਤੋਂ ਚਿਮਟਾ ਸੀ ਤੇ ਸੰਤਾਂ ਨੇ ਵੱਟ ਕੇ ਉਹਦੇ ਲੱਕ 'ਚ ਮਾਰਿਆ, ਪਿੱਠ 'ਚ ਮਾਰਿਆ, ਉਹਦੇ ਜ਼ਖਮ ਹੋ ਗਏ। ਉਹਨੇ ਫੇਰ ਚਰਨਾ ਛੱਡੇ। ਸੰਤਾਂ ਜਾਣ ਕੇ ਪਰਖ ਕੇ ਦੂਜੀ ਵਾਰੀ ਇੰਨੀ ਖਿੱਚ ਕੇ ਮਾਰਿਆ ਵੀ ਲਹੂ ਦੇ ਫੁਹਾਰੇ ਵਾਗੇ। ਸੰਤਾਂ ਨੇ ਮਨ 'ਚ ਸੋਚੀ ਕਿ ਚੱਲ ਦੇਖਦੇ ਕਿੱਡਾ ਕੁ ਮਰਦਾ। ਸੰਤ ਕਹਿੰਦੇ ਛੱਡ ਮੇਰੇ ਚਰਨ, ਤੂੰ ਦੁਸ਼ਟ ਆਂ, ਤੂੰ ਡਾਕੂ ਆਂ, ਤੂੰ ਚੋਰ ਆਂ, ਲਟੇਰਾ। ਉਹਨੇ ਫੇਰ ਨਾ ਛੱਡੇ। ਜਦੋਂ ਸੰਤਾਂ ਤੀਸਰੀ ਵਾਰੀ ਖਿੱਚ ਕੇ ਮਾਰਿਆ, ਸਾਰਾ ਸਰੀਰ ਲਹੂ ਲਹਾਨ ਹੋ ਗਿਆ ਤੇ ਸੰਤਾਂ ਨੇ ਉਠਾ ਕੇ ਛਾਤੀ ਨਾਲ ਲਾ ਲਿਆ। ਕਹਿੰਦੇ ਜਾ ਮੈਂ ਤੇਰੇ ਪਿਛਲੇ 3 ਜਨਮਾਂ ਦੇ ਪਾਪ ਕੱਟੇ, ਅੱਜ ਤੋਂ ਸਾਧ ਹੋਇਆ। ਬਸ ਉਸ ਮਿਲਣੀ ਦੇ ਵਿੱਚ
ਇਹੋ ਜਿਹਾ ਜੀਵਨ ਪਲਟਿਆ। ਫਿਰ ਉਹਨਾਂ ਉਹ ਡਾਕੂ ਦਾ ਨਾਂ ਰੱਖਿਆ ਸੁਰਜਣ ਦਾਸ, ਤੇ ਉਦਾਸੀ ਸੰਤ ਹੋਏ ਬੜੇ ਵੱਡੇ ਸੰਤ ਸੁਰਜਣ ਦਾਸ ਜੀ। ਤੇ ਉਹ ਫਿਰ ਕਿਤੇ ਕਿਤੇ ਵਜਤ ਜਦੋਂ ਆਉਂਦੇ ਸੀ, ਕਿਤੇ ਸਿਮਰਨ ਕਰਦੇ, ਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦਾ ਜਾਪ ਕਰਦੇ, ਜਪਜੀ ਸਾਹਿਬ ਦਾ ਅਭਿਆਸ ਕਰਦੇ। ਤੇ ਕਿਤੇ ਕਿਤੇ ਜਦੋਂ ਉਹਨਾਂ ਨੇ ਫਿਰ ਕਵਿਤਾ ਲਿਖਣੀ, ਫਿਰ ਉਹਨਾਂ ਇੱਕ ਕਵਿਤਾ ਲਿਖੀ ਸੀ, ਯਾਰੀ ਯਾਰੀ ਸਭ ਕੋਈ ਆਖੇ ਵਿਰਲਾ ਤੋੜ ਨਿਭਾਏ। ਰੱਬ ਨੂੰ ਮਿਲਣ ਨੂੰ ਤੇ ਸਾਰੇ ਤੜਫਦੇ ਨੇ, ਪਰ ਕੋਈ ਵਿਰਲਾ ਹੀ ਇਸ ਰਾਹ ਤੇ ਨਿਭੇਗਾ। ਲਾਵਣ ਸੌਖੀ ਤੇ ਚਾਵਣ ਭਾਰੀ, ਜਾਣੇ ਜੋ ਅਜ਼ਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸੁਰਜਣ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ। ਤਾਂ ਐਸੇ ਕੌਣ ਹੈ? ਉਹ ਹੈ ਵਾਹਿਗੁਰੂ, ਜਿਹੜਾ ਸੋ ਸ੍ਰੇਸ਼ਟ ਬਨ ਬਣਾਉਣ ਦੇ ਵਿੱਚ ਚਤੁਰ ਹੈ। ਜੇ ਉਹ ਆਪਣੀ ਮੌਤ 'ਚ ਆ ਜੇ ਤੇ ਵੱਡੇ ਵੱਡੇ ਚੋਰਾਂ ਨੂੰ ਵੀ ਸਾਧ ਬਣਾ ਦਿੰਦਾ ਹੈ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਤਾਂ ਦਸਵੇਂ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਜੀ ਨੂੰ ਨਮਸਤੰਗ ਮੇਰੀ ਨਮਸਕਾਰ ਹੈ। ਨਮੋ ਸਰਬ ਗਉਨੇ, ਨਮਸਕਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ, ਜਿਹਦੀ ਹਰ ਥਾਂ ਤੇ ਗੌਨੇ ਗਮਤਾ ਹੈ, ਪਹੁੰਚ ਹੈ ਹਰ ਥਾਂ ਤੇ, ਜਿੱਥੇ ਯਾਦ ਕਰੀਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਇੱਕ ਪੀਰ ਨੇ ਆਖਿਆ ਕਿ ਕੁਰਾਨ ਦੇ ਵਿੱਚ ਤੇ 7 ਪਤਾਲ 7 ਆਕਾਸ਼, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਪ੍ਰਸੰਗ ਲਿਖਿਆ ਹੈ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਫਿਰ ਕੀ ਹੋਇਆ? ਲੱਖ ਆਕਾਸ਼ ਪਤਾਲ ਲੱਖ, ਅੱਖ ਫਰਕ ਵਿੱਚ ਸਭ ਦਿਖਲਾਈ। ਤਾਂ ਉਸ ਵਾਹਿਗੁਰੂ ਦੀ ਹਰ ਥਾਂ ਤੇ ਗਮਤਾ ਹੈ। ਤਾਂ ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਉਹਨੂੰ ਨਮਸਕਾਰ ਹੈ। ਤੇ ਗੌਂ ਦਾ ਅਰਥ ਗੁਰਮੁਖੀ ਦੇ ਵਿੱਚ, ਪੰਜਾਬੀ ਦੇ ਵਿੱਚ ਕੀ ਹੁੰਦਾ ਹੈ? ਗੌਂ ਦਾ ਅਰਥ ਹੁੰਦਾ ਹੈ ਕਿ ਕੋਈ ਮਤਲਬ ਰੱਖਣਾ, ਕੋਈ ਲਾਲਚ ਰੱਖਣਾ, ਕੋਈ ਤਮਾ ਰੱਖਣਾ। ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਹਰ ਥਾਂ ਤੇ ਹੀ ਪਰਿਪੂਰਨ ਹੋ, ਹਰ ਵਸਤੂ ਦੇ ਵਿੱਚ, ਹਰ ਦੇਸ਼ ਵਿੱਚ, ਹਰ ਕਾਲ 'ਚ, ਸਭ ਕੁਝ ਤੇ ਆਪ ਦਾ ਹੀ ਹੈ। ਇਸ ਕਰਕੇ ਆਪ ਜੀ ਨੂੰ ਗੌ ਨਾ, ਕਿਸੇ ਪ੍ਰਕਾਰ ਦੀ ਗੌ ਗਰਜ ਨਹੀਂ ਹੈ, ਤਮਾ ਨਹੀਂ ਹੈ, ਲੋਭ ਨਹੀਂ ਹੈ, ਲਾਲਚ ਨਹੀਂ ਹੈ, ਕਿਉਂਕਿ ਸਭ ਕੁਝ ਹੀ ਆਪ ਦਾ ਹੈ। ਆਪਾਂ ਪੜ੍ਹਦੇ ਵੀ ਹਾਂ ਵੀ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਜਿਹਦੇ ਅੰਦਰ ਤਿਲ ਮਾਤਰ ਤਮਾ ਨਹੀਂ, ਲੋਭ ਨਹੀਂ, ਲਾਲਚ ਨਹੀਂ। ਜਾਂ ਫਿਰ ਨਮੋ ਸਰਬ ਗੌਨੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਨੂੰ ਸਾਰੇ ਹੀ ਗਾਉਂਦੇ ਹਨ, ਸਾਰੇ ਹੀ ਆਪ ਜੀ ਦਾ ਨਾਮ ਜਪਦੇ ਨੇ। ਗਾਵੇ ਹੈ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਤਾਂ ਸਾਰੇ ਹੀ ਆਪ ਜੀ ਦਾ ਜਸ ਗਾਉਂਦੇ ਹਨ, ਵਡਿਆਈ ਕਰਦੇ ਹਨ। ਐਸੇ ਵਾਹਿਗੁਰੂ ਜੀ ਨੂੰ, ਜਿਹਨੂੰ ਸਰਬ ਗਾਉਨੇ, ਸਾਰੇ ਹੀ ਗਾਉਂਦੇ ਨੇ, ਉਹਨੂੰ ਨਮਸਕਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ, ਨਮੋ ਸਰਬ ਭਉਨੇ। ਹੇ ਅਕਾਲ ਪੁਰਖ ਜੀ, ਤੂੰ ਸਾਰੇ ਹੀ ਭਉਨੇ, ਭੁਵਨਾਂ ਵਿੱਚ, ਭੁਵਨ ਮੈਨੇ ਲੋਕਾਂ ਦੇ ਵਿੱਚ ਵਿਖੇ ਵਿਆਪਕ ਹੈ, ਹਰ ਜਗ੍ਹਾ ਤੇ ਆਪ ਹੀ ਬੈਠੇ ਹੋਏ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਜਾਂ ਫਿਰ ਨਮੋ ਸਰਬ ਭਉਨੇ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਹੀ ਸਾਰੇ ਭਵਨਾਂ ਦਾ ਆਸਰਾ ਰੂਪ ਹੋ, ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਭੁਵਨ ਲੋਕ ਰੂਪ ਹੋ, ਪੁੜ ਧਰਤੀ ਪੁਣ ਪਾੜੀ, ਆਸਨ ਚਾਰ ਕੁੰਟ ਚੌਬਾਰਾ, ਸਗਲ ਭਵਨ ਕੀ ਮੂਰਤ ਕਾ ਮੁਖ ਤੇਰੇ ਟਕਸਾਲਾ। ਐਸਾ ਸਰੂਪ ਹੈ ਆਪ ਜੀ ਦਾ, ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਰੰਗੇ, ਇਹ ਸੱਚੇ ਪਾਤਸ਼ਾਹ ਜੀ, ਇਹ ਜਿੰਨੇ ਵੀ ਰੰਗ ਰੂਪ ਹਨ, ਇਹ ਆਪ ਜੀ ਦੇ ਹੀ ਹਨ ਸਾਰੇ, ਆਪ ਜੀ ਨੂੰ ਨਮਸਕਾਰ ਹੈ। ਜਾਂ ਰੰਗ ਕਹਿੰਦੇ ਆਨੰਦ ਨੂੰ, ਜੋ ਵੀ ਸੰਸਾਰ ਦੇ ਵਿੱਚ ਆਨੰਦ ਹੈ, ਬ੍ਰਹਮਾਨੰਦ, ਯੋਗਾਨੰਦ, ਭਜਨਾਨੰਦ, ਤੇ ਜਿਹਨੂੰ ਸੰਤ ਮਹਾਤਮਾ ਬਹੁਤ ਮਾੜਾ ਮੰਨਦੇ ਹਨ, ਕਨਿਸ਼ਟ ਕਹਿ ਲਓ ਸਭ ਤੋਂ, ਉਹ ਕੀ ਵਿਸ਼ਿਆਨੰਦ, ਇਹ ਵੀ ਸੱਚੇ ਪਾਤਸ਼ਾਹ
ਤੇਰੀ ਹੀ ਇਹਦੇ ਵਿੱਚ ਅੰਸ਼ ਹੈ। ਕਿਉਂਕਿ ਜਦੋਂ ਕੋਈ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਮਨ ਟਿਕ ਜਾਂਦਾ ਕੁਝ ਵਾਸਤੇ, ਸੁਰਤੀ ਬਿਰਤੀ ਇਕਾਗਰ ਸੰਤੋਖ ਦੇ ਵਿੱਚ ਆਉਂਦੀ ਹੈ, ਤਾਂ ਟਿਕਾ ਦੇ ਵਿੱਚ ਆਨੰਦ ਮਹਿਸੂਸ ਹੁੰਦਾ, ਆਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਾਰੇ ਰੰਗ ਹੀ ਸੱਚੇ ਪਾਤਸ਼ਾਹ ਤੇਰੇ ਹਨ। ਨਮੋ ਸਰਬ ਭੰਗੇ। ਭੰਗਣਾ ਕਹਿੰਦੇ ਹੈ ਨਾਸ ਕਰਨ ਨੂੰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਜੀ, ਆਪ ਜੀ ਜਿੰਨਾ ਵੀ ਪ੍ਰਪੰਚ ਬਣਿਆ ਹੋਇਆ ਹੈ, ਇਹਨੂੰ ਭੰਗ ਨਾਸ ਕਰਨ ਵਾਲੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਕਾਲ ਕਾਲੇ। ਕਾਲ ਕਹਿੰਦੇ ਨੇ ਮੌਤ ਨੂੰ, ਮ੍ਰਿਤਿਉ ਨੂੰ, ਕਾਲ ਕਹਿੰਦੇ ਨੇ ਸਮੇਂ ਨੂੰ, ਕਾਲ ਕਹਿੰਦੇ ਨੇ ਯਮਰਾਜ ਨੂੰ, ਕਾਲ ਕਹਿੰਦੇ ਨੇ ਜਦੋਂ ਰੋਟੀ ਨਾ ਲੱਭੇ ਕਿਸੇ ਨੂੰ, ਦੁਰਭਿੱਖ ਨੂੰ। ਤਾਂ ਕਾਲ ਸ਼ਬਦ ਦੇ ਕਈ ਅਰਥ ਮੰਨੇ ਨੇ, ਤੇ ਜੇ ਕੋਸ਼ਾਂ ਦੇ ਮੁਤਾਬਕ ਇਹਦੇ ਅਰਥ ਕੀਤੇ ਜਾਣ ਤਾਂ ਹੋਰ ਵੀ 17-18 ਅਰਥ ਬਣ ਜਾਂਦੇ ਹਨ। ਤਾਂ ਨਮੋ ਕਾਲ ਕਾਲੇ, ਜਿਹੜਾ ਕਾਲ ਹੈ, ਮ੍ਰਿਤਿਉ ਹੈ, ਮੌਤ ਹੈ, ਉਹਨੂੰ ਵੀ ਕਾਲ ਖਤਮ ਕਰ ਦੇਣ ਵਾਲਾ ਉਹ ਕੌਣ ਹੈ? ਮਹਾਕਾਲ ਵਾਹਿਗੁਰੂ ਪਰਮੇਸ਼ਰ। ਉਹਨੂੰ ਨਮੋ ਨਮਸਕਾਰ ਹੈ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਜਾਂ ਕਾਲ ਕਹਿੰਦੇ ਸਮੇਂ ਨੂੰ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਤਿੰਨਾਂ ਹੀ ਕਾਲਾਂ ਵਿੱਚ, ਤਿੰਨਾਂ ਹੀ ਸਮਿਆਂ ਵਿੱਚ ਅਕਾਲ ਸਰੂਪ ਹੋ। ਆਪ ਜੀ ਨੂੰ ਮੇਰੀ ਨਮਸਕਾਰ ਹੈ। ਕਿਉਂ ਮਹਾਰਾਜ ਜੀ ਲਿਖਦੇ ਆ, ਕਾਲ ਹੀ ਪਾਏ ਸੁਰ ਗੰਧਰਵ ਜਸ਼ ਭੁਜੰਗ ਦਿਸ਼ਾ ਵਿਦਸਾ ਹੈ, ਔਰ ਸੋ ਕਾਲ ਸਭੇ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਨਮਸਤਸਤ ਦਿਆਲੇ। ਹੇ ਸੱਚੇ ਪਾਤਸ਼ਾਹ, ਆਪ ਦਿਆਲੇ, ਦਇਆ ਦਾ ਘਰ ਹੋ, ਦਇਆ ਦਾ ਸਰੂਪ ਹੋ। ਦਇਆ ਕਰਕੇ ਆਪ ਜੀ ਦੀ ਪ੍ਰਾਪਤੀ ਛੇਤੀ ਹੁੰਦੀ ਹੈ। ਜਾਂ ਆਪ ਜੀ ਦੇ ਸਰੂਪ ਦੇ ਵਿੱਚ ਹੀ ਦਇਆ ਹੈ, ਦਇਆ ਤੇ ਪ੍ਰਸੰਨ ਹੁੰਦੇ ਹੋ। ਤਾਂ ਦਇਆ ਦੇ ਘਰ ਹੋ, ਦਇਆ ਕਰਨ ਵਾਲੇ ਹੋ, ਤਰਸ ਕਰਨ ਵਾਲੇ ਹੋ। ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡ ਸਭ ਗੁਣ ਮੇਰਾ। ਤਾਂ ਐਸਾ ਦਇਆ ਦਾ ਸਰੂਪ ਹੈ। ਇਸ ਕਰਕੇ ਨਮਸਤਸਤ, ਨਮਸ ਤਾ ਅਸਤ, ਤਾਂ ਆਪ ਜੀ ਨੂੰ ਨਮਸਕਾਰ ਅਸਤ ਹੈ, ਕਿਉਂਕਿ ਆਪ ਜੀ ਦਇਆ ਦੇ ਸਰੂਪ ਹੋ, ਤਰਸ ਕਰਨ ਵਾਲੇ ਹੋ। ਨਮਸਤੰ ਅਬਰਨੇ। ਆਪ ਜੀ ਵਰਨਾ ਤੋਂ ਬਾਹਰ ਹੋ। ਵਰਨ ਜਿਹੜੇ ਦੇਹ ਅਧਿਆਸ ਤੇ ਮੰਨੇ ਜਾਂਦੇ, ਸਰੀਰ ਦੇ ਮੰਨੇ ਜਾਂਦੇ ਨੇ, ਵਰਨ ਆਸ਼ਰਮ, ਇਹਨਾਂ ਵਿੱਚ ਨਹੀਂ ਆਉਣ ਵਾਲੇ, ਇਹਨਾਂ ਤੋਂ ਰਹਿਤ ਹੋ। ਇਸ ਕਰਕੇ ਆਪ ਜੀ ਨੂੰ ਨਮਸਤੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਮਸਕਾਰ ਹੈ। ਹੇ ਸੱਚੇ ਪਾਤਸ਼ਾਹ, ਆਪ ਜੀ ਨਹਿ ਵਰਨ ਵਰਨ ਨਹਿ ਕੁਲਹਿ ਕੁਲ, ਨਾਨਕ ਪ੍ਰਭ ਕਿਰਪਾਲ ਤੂੰ। ਆਪ ਜੀ ਵਰਨਾ ਆਸ਼ਰਮਾਂ ਦੇ ਰਹਿਤ ਦੇ ਵਿੱਚ ਨਹੀਂ ਆਉਂਦੇ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਮਰਨੇ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ, ਜਿਵੇਂ ਸੰਸਾਰੀ ਜੀਵਾਂ ਦਾ ਜਨਮ ਹੁੰਦਾ ਹੈ, ਉਹਨਾਂ ਦੀ ਮੌਤ ਵੀ ਹੁੰਦੀ ਹੈ, ਮਰਨਾ ਵੀ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਨ ਕਿਨਾ। ਸਭ ਕੋਈ ਆਈ ਵਾਰੀਏ, ਬਾਰੇ ਬੂਢੇ ਤਰਨੇ ਭਈਆ ਸਭ ਹੂ ਜੰਮ ਲੈ ਜਈ ਹੈ ਰੇ। ਮਾਨਸ ਬਪੁਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਜਾਂ ਫਿਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਤਾਂ ਮੌਤ ਰੂਪੀ ਜਿਹੜਾ ਧਰਮ ਮੰਨਿਆ ਗਿਆ ਸਰੀਰ ਦਾ, ਇਹ ਆਪ ਜੀ ਉੱਤੇ ਲਾਗੂ ਨਹੀਂ ਹੁੰਦਾ ਹੈ। ਸਰੀਰ ਦੇ ਜਿੰਨੇ ਧਰਮ ਨੇ ਉਹ ਆਪ ਜੀ ਤੇ ਲਾਗੂ ਨਹੀਂ ਹੁੰਦੇ ਨਿਰਗੁਣ ਸਰੂਪ ਦੇ ਵਿੱਚ। ਇਸ ਕਰਕੇ ਆਪ ਜੀ ਮਰਨ ਤੋਂ, ਮੌਤ ਰੂਪੀ ਧਰਮ ਆਦਿਕ ਜਿੰਨੇ ਮੰਨੇ ਨੇ, ਇਹਨਾਂ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਜਰਾਰੰ। ਚੇਤਾ ਆ ਗਿਆ ਨਮਸਤੰ ਅਮਰਨੇ। ਕਈ ਸਿਆਣੇ ਸੱਜਣ ਕਹਿੰਦੇ ਆ ਵੀ ਇੱਕ ਸਵਾਲ ਦਾ ਜਵਾਬ ਦਿਓ ਵੀ ਮੌਤ ਜਿਹੜੀ ਹੁੰਦੀ ਹੈ ਉਹ ਰੱਬ ਦੀ ਮਰਜ਼ੀ ਨਾਲ ਹੁੰਦੀ ਕਿ ਬੰਦੇ ਦੀ ਗਲਤੀ ਨਾਲ ਹੁੰਦੀ ਹੈ। ਇਹ ਬੜਾ ਸਵਾਲ ਅੱਜ ਕੱਲ ਕਈ ਸੱਜਣ ਪੁੱਛਦੇ ਨੇ।
ਤੇ ਉਹ ਦਲੀਲ ਬੜੀ ਸੋਹਣੀ ਦਿੰਦੇ ਆ। ਉਹਨਾਂ ਦੀ ਦਲੀਲ ਦੇ ਵਿੱਚ ਬਲ ਵੀ ਹੁੰਦਾ ਹੈ ਵੀ ਜਿਹੜੀ ਮੌਤ ਹੁੰਦੀ ਹੈ ਇਹ ਬੰਦੇ ਦੀ ਗਲਤੀ ਕਰਕੇ ਹੁੰਦੀ ਕਿ ਰੱਬ ਦੀ ਮਰਜ਼ੀ ਨਾਲ ਹੁੰਦੀ। ਉਹ ਦਲੀਲ ਦੇਣਗੇ ਜੀ ਸਾਹਮਣੇ ਜਿੱਦਾਂ ਬਿਜਲੀ ਦੀਆਂ ਤਾਰਾਂ ਸੀ ਨੰਗੀਆਂ ਤੇ ਮੈਂ ਜਾ ਕੇ ਹੱਥ ਪਾ ਲਾਂ ਤਾਂ ਫਿਰ ਜਿਹੜੀ ਮੌਤ ਹੋਈ ਉਹ ਮੇਰੀ ਗਲਤੀ ਨਾਲ ਹੋਈ ਕਿ ਰੱਬ ਦੀ ਮਰਜ਼ੀ ਨਾਲ ਹੋਈ। ਤਾਂ ਇਦਾਂ ਦਲੀਲ ਵੀ ਚੰਗੀ ਵਜਨਦਾਰ ਦਿੰਦੇ ਹਨ। ਤਾਂ ਇਦਾਂ ਦਲੀਲ ਤੋਂ ਤੇ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੀ ਹੋਈ ਹੈ, ਪਰ ਗੁਰਬਾਣੀ ਕੀ ਕਹਿੰਦੀ ਹੈ? ਜੇ ਇੱਥੇ ਕੋਈ ਸਵਾਲ ਕੀਤਾ ਜਾਵੇ ਮੁੜਵਾ ਵੀ ਤੇਰੀ ਮੱਤ ਕਿਹਨੇ ਮਾਰੀ ਸੀ ਵੀ ਜਾ ਕੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ, ਉਹ ਕੌਣ ਆ? ਫਿਰ ਸੁੱਖੀ ਸਾਂਦੀ ਤੇ ਕਿਸੇ ਦਾ ਜੀ ਨਹੀਂ ਕਰਦਾ ਵੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਵਾਂ। ਵੀ ਦਲੀਲ ਤਾਂ ਤੁਹਾਡੀ ਠੀਕ ਹੈ ਵੀ ਇਦਾਂ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੋਈ ਆ, ਰੱਬ ਦੀ ਮਰਜ਼ੀ ਨਾਲ ਨਹੀਂ। ਮੰਨ ਲਓ ਜ਼ਹਿਰ ਪਿਆ ਵਾ ਤੇ ਸੁੱਖੀ ਸਾਂਦੀ ਜਿਹਦਾ ਦਿਮਾਗ ਚੰਗਾ ਹੋਵੇ, ਸਿਆਣਾ ਹੋਵੇ, ਸ਼ਾਂਤ ਹੋਵੇ, ਕਿਹਦਾ ਜੀ ਕਰਦਾ ਵੀ ਜ਼ਹਿਰ ਪੀ ਲੈ ਜਾ ਕੇ? ਤਾਂ ਉਹ ਕਿਹੜੀ ਸ਼ਕਤੀ ਆ ਜਿਹੜੀ ਇਸ ਸਮੇਂ ਮੱਤ ਨੂੰ ਖਤਮ ਕਰ ਦਿੰਦੀ ਤੇ ਕਹਿੰਦੀ ਪੀ ਜ਼ਹਿਰ? ਸੁੱਖੀ ਸਾਂਦੀ ਕਿਹਦਾ ਜੀ ਕਰਦਾ ਵੀ ਰੇਲ ਦੀ ਪਟੜੀ ਦੇ ਅੱਗੇ ਜਾ ਕੇ ਲੰਮਾ ਪਵੇ? ਉਹ ਕਿਹੜੇ ਕਰਮਾਂ ਦਾ ਫਲ ਆ? ਉਹ ਕਿਹੜੀ ਤਾਕਤ ਆ ਜਿਹੜੀ ਕਹਿੰਦੀ ਆ ਵੀ ਪੈ ਹੁਣ ਪਟੜੀ ਤੇ ਲੰਮਾ, ਤੇਰਾ ਸਮਾਂ ਆ ਗਿਆ? ਤਾਂ ਜੇ ਬਹੁਤੀ ਡੂੰਘੀ ਵਿਚਾਰ ਕੀਤੀ ਜਾਵੇ ਤਾਂ ਇਹ ਗੱਲ ਸੱਚੇ ਪਾਤਸ਼ਾਹ ਦੀ ਹੀ ਮੰਨਣੀ ਪਵੇਗੀ ਕਿ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ। ਅਣਘਾਲੇ ਸਭ ਦਿਵਸ ਸਾਸ ਨੈ ਬਟਨ ਘਟਨ ਤਿਲ ਸਾਰ, ਜੀਵਨ ਲੋ ਰਹਿ ਭਰਮੋ ਨਾਨਕ ਤੇਉ ਗਵਾਰ। ਤਾਂ ਇਸ ਤਰ੍ਹਾਂ ਮੌਤ ਰੂਪੀ ਧਰਮ ਜਿਹੜਾ ਹੈ ਸਾਰੇ ਸਰੀਰਾਂ ਤੇ ਲਾਗੂ ਹੁੰਦਾ ਹੈ, ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਜੀ ਨੂੰ ਛੱਡ ਕੇ। ਐਸੇ ਵਾਹਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਨਮਸਤੰ ਜਰਾਰੰ ਜਰ ਆਰੰਗ, ਜਰ ਹੈ ਬੁਢੇਪਾ ਆਦਿਕ ਸਰੀਰ ਦੇ ਧਰਮ। ਆਰੰਗ ਕਹਿ ਦਿੰਦੇ ਵੈਰੀ ਨੂੰ। ਉਹ ਵਾਹਿਗੁਰੂ ਪਰਮੇਸ਼ਰ ਬੁਢੇਪੇ ਦਾ ਵੈਰੀ ਹੈ, ਬੁਢੇਪੇ ਨੂੰ ਖਤਮ ਕਰਨ ਵਾਲਾ ਹੈ। ਉਹ ਕਮਜ਼ੋਰੀਆਂ ਜਿਹੜੀਆਂ ਹੁੰਦੀਆਂ ਨੇ ਬੁਢੇਪੇ ਆਦਿਕ ਅਵਸਥਾ ਦਾ, ਜਿੰਨੀਆਂ ਵੀ ਕਮਜ਼ੋਰੀਆਂ ਉਹਦਾ ਵੈਰੀ ਹੈ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਧੰਨ ਬਾਬਾ ਦੀਪ ਸਿੰਘ ਜੀ, ਕਿੱਡੀ ਵੱਡੀ ਕਮਾਈ ਹੋਵੇਗੀ ਉਹਨਾਂ ਦੀ, ਜਿਹੜੀ ਕਹਿਣ ਕਥਨ ਤੋਂ ਬਾਹਰ ਹੈ, ਵਿਖਿਆਨ ਤੋਂ ਬਾਹਰ ਹੈ। ਜਾਂ ਫਿਰ ਭਾਸ਼ਾ ਦੇ ਵਿੱਚ ਇੱਕ ਨਿਯਮ ਵਰਤਿਆ ਜਾਂਦਾ ਵੀ ਰਾਰਾ ਤੇ ਲੱਲਾ ਇਹ ਵਰਗੀ ਅੱਖਰ ਆ। ਰਾਰੇ ਦੀ ਜਗ੍ਹਾ ਅਰਥ ਕਰਨ ਲੱਗਿਆ ਕਈ ਵਾਰੀ ਲੱਲੇ ਦਾ ਵੀ ਅਧਿਆਹਾਰ ਕਰ ਲੈਂਦੇ ਵਿਦਵਾਨ, ਤੇ ਲੱਲੇ ਦਾ ਕਈ ਵਾਰੀ ਅਰਥ ਕਰਨ ਲੱਗਿਆ ਰਾਰੇ ਦਾ ਵੀ ਕਰ ਲੈਂਦੇ। ਇਹ ਦੋਵੇਂ ਵਰਗੀ ਅੱਖਰ ਮੰਨੇ ਗਏ, ਰਾਰਾ ਤੇ ਲੱਲਾ, ਭਾਸ਼ਾ ਦੇ ਵਿੱਚ। ਤਾਂ ਇਸ ਮੁਤਾਬਕ ਜੇ ਰਾਰੇ ਦੀ ਜਗ੍ਹਾ ਵਰਗੀ ਅੱਖਰ ਅਨੁਸਾਰ ਲੱਲਾ ਲਿਆਈਏ, ਅਧਿਆਹਾਰ ਕਰੀਏ, ਵਿੱਚ ਲਾਉਣਾ ਨਹੀਂ ਕਿਸੇ ਗੁਰਮੁਖ ਨੇ, ਅਰਥ ਕਰਨ ਲੱਗਿਆਂ ਦੀਆਂ ਗੱਲਾਂ ਨੇ, ਤਾਂ ਫਿਰ ਕੀ ਬਣ ਜਾਂਦਾ? ਜਾਲ ਆਦਿਕ। ਹੇ ਅਕਾਲ ਪੁਰਖ ਜੀ, ਆਪ ਜੀ ਜਾਲ ਆਦਿਕ ਸਾਰੇ ਤੱਤਾਂ ਦੇ ਅਰੀ ਹੋ, ਭਾਵ ਇਹਨਾਂ ਨੂੰ ਸਾਰਿਆਂ ਨੂੰ ਹੀ ਲੈ ਕਰ ਲੈਂਦੇ ਹੋ, ਖਤਮ ਕਰ ਦਿੰਦੇ ਹੋ। ਆਪ ਦੇ ਵਿੱਚ, ਆਪ ਜੀ ਦੇ ਵਿੱਚ ਇਹ ਸਾਰੇ ਹੀ ਸਮਾ ਜਾਂਦੇ ਹਨ। ਜਾਂ ਫਿਰ ਅਰੰਗ ਵੈਰੀਆਂ ਨੂੰ ਜਰਾ ਜਲਾਵਣੇ ਵਾਲੇ ਹੋ। ਤਾਂ ਜਿਤ ਨੂੰ ਵੇਖ ਕੇ ਦੁਸ਼ਮਣ ਜਰਦਾ ਰਵੇ, ਸੜਦਾ ਰਵੇ, ਬਲਦਾ ਰਵੇ। ਜਿਵੇਂ 10ਵੇਂ ਪਾਤਸ਼ਾਹ ਦੀ ਚੜ੍ਹਤ ਵੇਖ ਕੇ ਖੋਟੇ ਲੋਕ ਸੜਦੇ ਰਹਿੰਦੇ ਸਨ, ਤਾਂ ਆਪ ਆਪਣੇ ਵੈਰੀਆਂ ਨੂੰ ਸੜਾਉਣ ਵਾਲੇ ਹੋ, ਜਲਾਵਣੇ ਵਾਲੇ ਹੋ। ਸੰਤ ਦੋਖੀ ਜਿੰਨੇ ਨੇ ਪਰਮੇਸ਼ਰ ਉਹਨਾਂ ਨੂੰ ਸਾੜਦਾ ਹੈ। ਜੇ ਮਾਰਨੇ ਪੈਣ ਮਾਰਦਾ ਵੀ ਹੈ। ਰਾਵਣ ਸੇ ਮਹਿ ਰਾਵਣ ਸੇ ਘਟ ਕਾਨੋ ਸੇ ਪਲ, बीच पिछारे बारद नाद अकंपन से जग जंग जुरे जिन स्यों जम हारे। जे जे होते अगटे बिगटे सो कट्टे कर काल कृपान के मारे। ਤਾਂ ਜਿੰਨੇ ਵੀ ਸੰਤਾਂ ਦੇ ਵੈਰੀ ਨੇ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣਾ ਵੈਰੀ ਮੰਨਦਾ ਹੈ, ਉਹਨਾਂ ਨੂੰ ਫਿਰ ਸਾੜਦਾ ਹੈ, ਜਲਾਉਂਦਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮੇਰੀ ਨਮਸਕਾਰ ਹੈ। ਨਮਸਤੰ ਕ੍ਰਿਤਾਰੰ। ਹੇ ਅਕਾਲ ਪੁਰਖ ਜੀ, ਜੋ ਕ੍ਰਿਤ ਕੀਤਾ ਹੋਇਆ ਪ੍ਰਪੰਚ ਹੈ, ਸੰਸਾਰ ਹੈ,
ਇਹਨੂੰ ਤੁਸੀਂ ਇਹਦੇ ਅਰੰਗ ਵੈਰੀ ਹੋ, ਖਤਮ ਕਰਨ ਵਾਲੇ ਹੋ। ਭਾਵ ਸੰਸਾਰ ਆਪ ਹੀ ਪੈਦਾ ਕਰਦੇ ਹੋ, ਪਾਲਦੇ ਹੋ ਤੇ ਫਿਰ ਇੱਕ ਦਿਨ ਉਹਨੂੰ ਖਤਮ ਕਰਦੇ ਹੋ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਜਾਂ ਫਿਰ ਨਮਸਤੰ ਕ੍ਰਿਤਾਰੰ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਕੁਕਰਮਾਂ ਨੂੰ ਕ੍ਰਿਤਾਰੰ ਕੱਟਣ ਵਾਲੇ ਹੋ। ਅਗੌ ਡੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ, ਦੁਸ਼ਟ ਹਰਣੰ ਪੁਸ਼ਟ ਕਰਨੰ ਸਰਬ ਕੈ ਪ੍ਰਤਪਾਲ। ਵਕਾਰਾਂ ਨੂੰ ਖਤਮ ਕਰ ਦਿੰਦੇ ਹੋ, ਇਸ ਕਰਕੇ ਆਪ ਜੀ ਨੂੰ ਹੇ ਸੱਚੇ ਪਾਤਸ਼ਾਹ ਜੀ ਨਮਸਕਾਰ ਹੈ। ਜਾਂ ਕ੍ਰਿਤਾਰੰ, ਹੇ ਅਕਾਲ ਪੁਰਖ ਜੀ ਤੁਸੀਂ ਆਪਣੇ ਹੀ ਕਰੀ ਹੱਥਾਂ ਵਿੱਚ ਸਭਨਾਂ ਦੀ ਪ੍ਰੇਰਨਾ ਰੂਪ ਤਾਰ ਫੜੀ ਬੈਠੇ। ਭਾਵ ਕਿ ਰੋਟੀ ਰੋਜ਼ੀ ਦੇਣੀ, ਇਹ ਜਿਹੜੀ ਤਾਰ ਹੈ ਪਰਾਰਬਧ ਰੂਪੀ, ਇਹ ਆਪ ਜੀ ਦੇ ਹੱਥਾਂ ਵਿੱਚ ਫੜੀ ਹੋਈ। ਸਭਨਾਂ ਦੀ ਪ੍ਰੇਰਨਾ ਵੀ ਆਪ ਹੀ ਕਰਨ ਵਾਲੇ ਪ੍ਰੇਰਕ ਹੋ। ਇਸ ਲਈ ਜੋ ਚਾਹੁੰਦੇ ਹੋ, ਜੋ ਕਰਮਾਂ ਦਾ ਫਲ ਦੇਣਾ ਚਾਹੁੰਦੇ ਹੋ, ਉਸ ਤਰ੍ਹਾਂ ਹਿਰਦੇ ਵਿੱਚ ਪ੍ਰੇਰਨਾ ਕਰਦੇ ਹੋ ਤੇ ਜੀਵ ਉਸ ਤਰ੍ਹਾਂ ਚੱਲਦਾ ਹੈ। ਕਾਠ ਕੀ ਪੁੱਤਰੀ, ਜਿਵੇਂ ਸਤਿਗੁਰੂ ਲਿਖਦੇ, ਕਹਾਂ ਕਰੇ ਬਪੁਰੀ ਖਿਲਾਵਨ ਹਾਰੋ ਜਾਣੈ, ਜੈਸਾ ਭੀਖ ਕਰਾਵੇ ਬਾਜ਼ੀਗਰ ਉਹ ਤੈਸੋ ਹੀ ਸਾ ਜਾਣੈ। ਜਿਹੜੇ ਸੰਤ ਸਾਧੂ ਲੋਕ ਨੇ, ਉਹਨਾਂ ਦੀ ਦ੍ਰਿਸ਼ਟੀ ਇਦਾਂ ਦੀ ਬਣ ਜਾਂਦੀ ਹੈ ਕਿ ਸਭ ਨੂੰ ਪ੍ਰੇਰਨਾ ਕਰਨ ਵਾਲਾ, ਸਭ ਨੂੰ ਚਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾ ਕੋਈ ਨਹੀਂ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਇਹ ਪਾਵਨ ਪਵਿੱਤਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਦਾ ਕੋਈ ਯਤਨ ਕੀਤਾ ਸੀ। ਤਾਂ ਇਸ ਤੋਂ ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ, 2 ਪੰਕਤੀਆਂ ਰਹਿੰਦੀਆਂ ਨੇ 24 ਪੌੜੀਆਂ ਪੂਰੀਆਂ ਹੋਣ 'ਚ। ਤਾਂ ਅੱਗੇ ਮਹਾਰਾਜ ਫਰਮਾਉਂਦੇ ਹਨ, ਨਮੋ ਸਰਬ ਧੰਦੇ। ਹੇ ਸੱਚੇ ਪਾਤਸ਼ਾਹ ਆਪ ਹੀ ਸਾਰਿਆਂ ਨੂੰ ਧੰਦਿਆਂ ਵਿੱਚ ਲਾਉਣ ਵਾਲੇ ਹੋ, ਵਿਹਾਰ ਦੇ ਵਿੱਚ ਲਾਉਣ ਵਾਲੇ ਹੋ, ਕਿਰਤ ਦੇ ਉੱਤੇ ਜ਼ੋਰ ਦਿੰਦੇ ਹੋ। ਕਿਉਂਕਿ ਕਿਰਤ ਕਰਨ ਵਾਲੇ ਦਾ ਮਨ ਇਕਾਗਰ ਛੇਤੀ ਹੁੰਦਾ ਹੈ। ਉਹਦਾ ਕਿਰਤ ਕਮਾਈ ਕਰਕੇ ਮਨ ਸ਼ੁੱਧ ਹੋਇਆ ਹੁੰਦਾ। ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਜਿਹੜਾ ਗੁਰਮੁਖ ਗੁਰਸਿੱਖ ਹੈ। ਤਾਂ ਹੇ ਸੱਚੇ ਪਾਤਸ਼ਾਹ ਆਪ ਹੀ ਕਿਰਤ ਵਿੱਚ ਜੋੜਨ ਵਾਲੇ ਹੋ, ਕਿਰਤ ਸਰੂਪ ਹੋ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮੋਸਤ ਅਬੰਦੇ। ਹੇ ਸੱਚੇ ਪਾਤਸ਼ਾਹ ਜੀ ਆਪ ਜੀ ਬੰਧਨ ਤੋਂ ਮੁਕਤ ਹੋ, ਕਿਸੇ ਪ੍ਰਕਾਰ ਵੀ ਆਪ ਜੀ ਬੰਧਨ ਦੇ ਵਿੱਚ ਨਹੀਂ ਆਉਣ ਵਾਲੇ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਤੇ ਜੇ 7 ਸ਼ਬਦ ਨਾਲੋਂ ਵੱਖਰਾ ਕੀਤਾ ਜਾਵੇ, ਨਮਸਕਾਰ ਹੈ ਵਾਹਿਗੁਰੂ ਜੀ ਨੂੰ ਜਿਹੜਾ 7 ਸਰੂਪ ਹੈ ਤੇ ਬੰਧਨਾਂ ਤੋਂ ਰਹਿਤ ਜੀ ਦਾ ਸਰੂਪ ਹੈ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ 10ਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰੋ ਤਾਰ। ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ, ਨਮੋ ਸਰਬ ਧੰਦੇ ਨਮੋਸਤ ਅਬੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।